ਉੱਥੋਂ ਆਪਾਂ ਆਰੰਭ ਕਰਦੇ ਹਾਂ। ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ। ਉੱਥੋਂ ਉਹਨਾਂ ਨੂੰ ਵਰ ਪ੍ਰਾਪਤ ਹੋਇਆ ਕਿ ਤੁਹਾਡੇ ਘਰ ਪੁੱਤਰ ਹੋਏਗਾ, ਬੜਾ ਮਹਾਬਲੀ ਹੋਏਗਾ, ਯੋਧਾ ਹੋਏਗਾ। ਮਾਤਾ ਗੰਗਾ ਜੀ ਹੁਣ ਘਰ ਆਉਂਦੇ ਨੇ ਅਤੇ ਗੁਰੂ ਅਰਜਨ ਸਾਹਿਬ ਜੀ ਨਾਲ ਗੱਲਬਾਤ ਕਰਦੇ ਹਨ। ਆਓ ਉਹ ਸ਼ਰਵਣ ਕਰੀਏ। ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਵੱਲੋਂ ਬਖਸ਼ੇ ਪਾਵਨ ਗੁਰੂ ਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਊਸਨ ਉਦਕ ਕਰ ਚਰਨ ਪਖਾਰੇ, ਦਾਸੀ ਬ੍ਰਿੰਦ ਕਰਹਿ ਸਭ ਸੇਵ। ਮਾਤਾ ਜੀ ਜਦੋਂ ਸ਼ਾਮ ਨੂੰ ਘਰ ਵਾਪਸ ਆਏ, ਦਾਸੀਆਂ ਨੇ, ਸੇਵਕਾਂ ਸਨ ਜਿਹੜੀਆਂ, ਉਹਨਾਂ ਨੇ ਪਾਣੀ ਗਰਮ ਕੀਤਾ। ਪਾਣੀ ਗਰਮ ਕਰਕੇ ਮਾਤਾ ਜੀ ਦੇ ਜਿਹੜੇ ਚਰਨ ਹਨ ਉਹਨਾਂ ਨੂੰ ਸਾਫ਼ ਕੀਤਾ ਹੈ। ਤਬ ਲੋ ਸੰਧਿਆ ਭੀ ਰਵ ਅਸਤਿਓ, ਕਹਿਤ ਭਈ ਭੋਜਨ ਲੇਹੋ ਜੇਵ। ਉਸ ਤੋਂ ਬਾਅਦ ਸੂਰਜ ਡੁੱਬਣ ਵਾਲਾ ਹੋ ਗਿਆ। ਜਿੰਨੇ ਵੀ ਸੇਵਕ ਸੇਵਕਾਵਾਂ ਨੇ ਉਹਨਾਂ ਨੇ ਕਿਹਾ ਹੈ ਮਾਤਾ ਜੀ ਹੁਣ ਤੁਹਾਨੂੰ ਪ੍ਰਸ਼ਾਦਾ ਛਕ ਲੈਣਾ ਚਾਹੀਦਾ ਹੈ। ਪਦ ਦਰਸ਼ਨ ਕਰ ਅਸਨ ਚੰਗੋਰੀ, ਕਰਤ ਉਡੀਕਣ ਬੈਠੀ ਏਵ। ਮਾਤਾ ਜੀ ਕਹਿਣ ਲੱਗੇ ਸਤਿਗੁਰੂ ਜੀ ਮਹਾਰਾਜ ਆ ਜਾਣ, ਪਹਿਲਾਂ ਮੈਂ ਉਹਨਾਂ ਦੇ ਦਰਸ਼ਨ ਕਰਨੇ ਹਨ, ਉਸ ਤੋਂ ਬਾਅਦ ਹੀ ਅਸੀਂ ਲੰਗਰ ਛਕਾਂਗੇ। ਸੁਣ ਸੁਣ ਸਦਨ ਆਨੰਦ ਮਨ ਠਾਨੈ, ਇਤਨੇ ਮੈਂ ਆਏ ਗੁਰਦੇਵ। ਮਾਤਾ ਜੀ ਆਪਣੇ ਮਨ ਹੀ ਮਨ ਉਹ ਗੱਲਾਂ ਨੂੰ, ਬਾਬਾ ਜੀ ਦੀ ਗੱਲਾਂ ਨੂੰ ਯਾਦ ਕਰ ਕਰਕੇ ਆਨੰਦ ਵਿੱਚ ਨੇ, ਕਿਉਂਕਿ ਉਹਨਾਂ ਦੇ ਅਨੁਸਾਰ ਗੱਲਾਂ ਹੋ ਗਈਆਂ, ਜੋ ਉਹਨਾਂ ਦੀ ਇੱਛਾ ਸੀ, ਇੱਛਾ ਦੇ ਅਨੁਸਾਰ ਗੱਲਾਂ ਹੋ ਗਈਆਂ। ਉਹਨਾਂ ਗੱਲਾਂ ਨੂੰ ਬਾਰ-ਬਾਰ ਯਾਦ ਕਰਦੇ ਹਨ ਔਰ ਮਨ ਹੀ ਮਨ ਖੁਸ਼ ਹੋਈ ਜਾਂਦੇ ਹਨ। ਥਿਤ ਪਰਯੰਕ ਪਰ ਸਤਿਗੁਰ ਹੋਏ, ਪੁੰਨ ਪ੍ਰਸੰਗ ਪੁੱਛਿਓ ਕਿਮ ਕੀਨ। ਸਤਿਗੁਰੂ ਜੀ ਮਹਾਰਾਜ ਪਾਵਨ ਜੋ ਤਖਤ ਹੈ, ਸਿੰਘਾਸਨ ਹੈ, ਉਸ ਦੇ ਸਤਿਗੁਰੂ ਜੀ ਪਲੰਘ ਦੇ ਉੱਤੇ ਬੈਠ ਗਏ ਹਨ ਅਤੇ ਮਾਤਾ ਗੰਗਾ ਜੀ ਨੂੰ ਪੁੱਛਣਾ ਕੀਤਾ, ਤੁਸੀਂ ਉੱਥੇ ਗਏ ਸੀ, ਉੱਥੇ ਕੀ ਕੀ ਪ੍ਰਸੰਗ ਵਾਪਰਿਆ ਹੈ। ਭਲੀ ਵਾਰਤਾ ਸਰਬ ਛੋਰ ਤੇ, ਪੁੱਤਰ ਖੜਗ ਧਾਰੀ ਬਣਦੀ ਬਰਦੀਨ। ਮਾਤਾ ਗੰਗਾ ਜੀ ਨੇ ਸਾਰੀ ਵਾਰਤਾ ਦੱਸੀ। ਉਹਨਾਂ ਦੱਸਣਾ ਕੀਤਾ ਸਤਿਗੁਰੂ ਜੀ ਮਹਾਰਾਜ ਨੇ ਵਰ ਦਿੱਤਾ ਹੈ ਜਿਹੜਾ ਤੁਹਾਡੇ ਘਰ ਪੁੱਤਰ ਹੋਏਗਾ ਉਹ ਖੜਗਧਾਰੀ ਹੋਵੇਗਾ। ਸੇਵ ਬਿਲੋਕ ਪ੍ਰਸੰਨ ਭਏ ਅਤ, ਅਧਿਕ ਅਧਿਕ ਕਹਿ ਬਾਕ ਪਰਬੀਨ। ਕਹਿੰਦੇ ਹਨ ਬਾਬਾ ਬੁੱਢਾ ਸਾਹਿਬ ਜੀ ਸਾਡੀ ਸੇਵਾ ਵੇਖ ਕੇ ਬੜੇ ਪ੍ਰਸੰਨ ਹੋਏ ਔਰ ਉਹਨਾਂ ਨੇ ਵਰ ਹੀ ਵਰ ਦੇ ਦਿੱਤੇ ਨੇ, ਵਰ ਤੇ ਵਰ ਹੀ ਦਿੰਦੇ ਗਏ। ਕਾਰਨ ਕੀ ਸੀ? ਪ੍ਰਸੰਨ ਹੋ ਗਏ। ਔਰ ਪ੍ਰਸੰਨਤਾ ਕਾਹਦੇ ਨਾਲ ਮਿਲਦੀ ਹੈ? ਸੇਵਾ ਨਾਲ। ਔਰ ਉਸ ਸੇਵਾ ਨਾਲ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ ਜਿਸ ਸੇਵਾ ਵਿੱਚ ਨਿਮਰਤਾ ਹੋਏ। ਸੇਵਾਵਾਂ ਤੇ ਦੁਨੀਆ ਕਰ ਲੈਂਦੀ ਹੈ ਪਰ ਨਿਮਰਤਾ ਧਾਰ ਕੇ ਸੇਵਾ ਕੋਈ ਕਰਦਾ ਹੈ। ਜੋ ਆਪਣੇ ਆਪ ਨੂੰ ਜਣਾਵੇ ਨਾ, ਮੈਂ ਕਿੰਨੀ ਸੇਵਾ ਕੀਤੀ ਹੈ ਇਹ ਨਾ ਦੱਸੇ, ਕਿੰਨਾ ਜਪ ਕੀਤਾ ਹੈ ਇਹ ਵੀ ਨਾ ਦੱਸੇ। ਬੜੀ ਵਾਰੀ ਮਨੁੱਖ ਇਹ ਦੱਸਦਾ ਰਹਿੰਦਾ ਹੈ ਮੈਂ ਫਲਾਣੀ ਥਾਂ ਜਾਣਾ ਹਾਂ, ਇੰਨੇ ਵਜੇ ਸੇਵਾ ਕਰਨੀ ਸ਼ੁਰੂ ਕਰ ਦਿੰਦਾ। ਜਦੋਂ ਮਨੁੱਖ ਇਵੇਂ ਦੱਸਦਾ ਹੈ ਉਹਦੇ ਵਿੱਚ ਸੰਭਾਵਨਾ ਰਹਿੰਦੀ ਹੈ ਕਿਤੇ ਨਾ ਕਿਤੇ ਅਹੰਕਾਰ ਹੈ ਜਿਹੜਾ ਉਸ ਵਿੱਚ ਆ ਸਕਦਾ ਹੈ। ਮੀਰੀ ਪੀਰੀ ਪਰਤਹਿ ਦੋਨੋਂ, ਦੀਲ ਬਲੰਦ ਸਬਲ ਹੋਏ ਪੀਨ। ਕਹਿੰਦੇ ਹਨ ਉਹ ਮੀਰੀ ਤੇ ਪੀਰੀ ਦੋਵਾਂ ਦੇ ਮਾਲਕ ਹੋਣਗੇ। ਪਹਿਲਾਂ ਪੰਜ ਪਾਤਸ਼ਾਹ ਤੇ ਸਿਰਫ ਜਿੱਥੇ ਪੀਰੀ ਦੀ ਗੱਲ ਚੱਲਦੀ ਸੀ, ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਦੀ ਕਨਸੈਪਟ ਲੈ ਕੇ ਆਂਦਾ। ਉਹਨਾਂ ਜਿੱਥੇ ਦੁਨੀਆ ਵਿੱਚ ਦੋ ਰਾਹ ਨੇ, ਇੱਕ ਸਮਰਪਣ ਦਾ ਰਾਹ, ਇੱਕ ਸੰਘਰਸ਼ ਦਾ ਰਾਸਤਾ। ਇੱਕ ਤੇ ਸਮਰਪਣ ਦਾ ਰਾਹ ਹੈ। ਮਹਾਤਮਾ ਬੁੱਧ ਨੇ ਵੀ ਇਹ ਰਾਸਤਾ ਤੋਰਿਆ ਤੇ ਉਹਨਾਂ ਕਿਹਾ ਅਹਿੰਸਾ ਪਰਮੋ ਧਰਮ, ਇਹ ਰਸਤਾ ਤੋਰਿਆ।
ਅਹਿੰਸਾ ਹੀ ਸਭ ਤੋਂ ਵੱਡਾ ਮਾਰਗ ਹੈ। ਹੁਣ ਜਿਹੜੀ ਅਹਿੰਸਾ ਹੈ, ਹੌਲੀ ਹੌਲੀ ਇਹਨੂੰ ਕਾਇਰਤਾ ਸਮਝ ਲਿਆ ਜਾਂਦਾ ਹੈ। ਔਰ ਇਸ ਦਾ ਨਤੀਜਾ ਕੀ ਨਿਕਲਿਆ? ਗਜਵਨੀ ਦੇ ਵਿੱਚੋਂ ਇੱਕ ਲੁਟੇਰਾ ਚੋਰ, ਜਿਸ ਦਾ ਨਾਮ ਸੀ ਮਹਿਮੂਦ, 500 ਚੋਰਾਂ ਨੂੰ ਨਾਲ ਲੈ ਕੇ ਇਸ ਦੇਸ਼ ਦੇ ਉੱਤੇ ਕਬਜ਼ਾ ਉਹਨੇ ਕਰ ਲਿਆ। 500 ਬੰਦਿਆਂ ਨੇ, ਇੱਡੇ ਵੱਡੇ ਭਾਰਤ ਤੇ 500 ਵਿਅਕਤੀਆਂ ਨੇ ਕਬਜ਼ਾ ਕਰ ਲਿਆ, ਸਿਰਫ 500। ਕਾਰਨ ਕੀ? ਦੇਸ਼ ਦੇ ਅੰਦਰੋਂ ਸੂਰਬੀਰਤਾ ਖਤਮ ਹੋ ਚੁੱਕੀ ਸੀ, ਸੰਘਰਸ਼ ਖਤਮ ਹੋ ਚੁੱਕਿਆ ਸੀ, ਕੋਈ ਵੀ ਆਵਾਜ਼ ਬੁਲੰਦ ਕਰਨ ਵਾਲਾ ਨਹੀਂ ਸੀ ਰਿਹਾ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਦਾ ਵਾਰ ਹੈ, ਮੀਰੀ ਦੇ ਵੀ ਮਾਲਕ ਹੋਣਗੇ। ਭਾਵ ਜਿੱਥੇ ਧਰਮ ਹੋਏਗਾ ਉੱਥੇ ਨਾਲ ਰਾਜਨੀਤੀ ਵੀ ਹੋਏਗੀ। ਪਰ ਜਿਹੜੀ ਰਾਜਨੀਤੀ ਹੈ ਉਹ ਧਰਮ ਦੇ ਨਾਲ ਚੱਲਣੀ ਚਾਹੀਦੀ ਹੈ। ਮੈਂ ਕਈ ਵਾਰੀ ਅਸੀਂ ਵੇਖਦੇ ਹਾਂ, ਜਿਹੜੀ ਰਾਜਨੀਤੀ ਹੈ ਇਹ ਪੈਰ ਦੀ ਜੁੱਤੀ ਹੈ ਤੇ ਧਰਮ ਸਿਰ ਦਾ ਪੱਗ ਹੈ। ਜੇ ਤੇ ਧਰਮ ਸਿਰ ਵਿੱਚ ਰਹੇ ਤੇ ਰਾਜਨੀਤੀ ਪੈਰਾਂ ਵਿੱਚ ਰਹੇ, ਦੇਸ਼ ਵਧੀਆ ਚੱਲਦੇ ਨੇ। ਫਿਰ ਜਦੋਂ ਜੁੱਤੀ ਸਿਰ ਤੇ ਆ ਜਾਏ ਤੇ ਜਿਹੜੀ ਪੱਗ ਪੈਰਾਂ ਵਿੱਚ ਚਲੀ ਜਾਏ, ਫਿਰ ਉਸ ਦੇਸ਼ ਦਾ ਕੁਝ ਨਹੀਂ ਬਣਦਾ। ਜਦੋਂ ਜੁੱਤੀਆਂ ਨੂੰ ਲੋਕੀ ਸਿਰਾਂ ਤੇ ਚੁੱਕੀ ਫਿਰਦੇ ਨੇ, ਫਿਰ ਸਾਰੇ ਸਿਸਟਮ ਵਿਗੜ ਜਾਂਦੇ ਨੇ। ਇਸ ਕਰਕੇ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ, ਉਹ ਆਪਣੇ ਵਿੱਚ ਧਾਰਮਿਕ ਲੋਕਾਂ ਨੂੰ ਨਹੀਂ ਵੜਨ ਦਿੰਦੇ। ਕਾਰਨ ਕੀ ਹੈ? ਉਹਨਾਂ ਨੂੰ ਪਤਾ ਹੈ ਜੇ ਧਾਰਮਿਕ ਲੋਕ ਵਿੱਚ ਆਉਣਗੇ, ਰਾਜਨੀਤੀ ਬਦਲ ਜਾਏਗੀ। ਫਿਰ ਇੱਥੇ ਪਾਪ ਕੌਣ ਕਰੇਗਾ? ਲੋਭ ਕੌਣ ਕਰੇਗਾ? ਬੇਈਮਾਨੀ ਕੌਣ ਕਰੇਗਾ? ਕੋਈ ਵੀ ਨਹੀਂ ਕਰ ਪਾਏਗਾ। ਕਿਉਂਕਿ ਧਾਰਮਿਕ ਵਿਅਕਤੀ ਨੂੰ ਡਰ ਹੁੰਦਾ ਹੈ, ਭੈ ਹੁੰਦਾ ਹੈ। ਇਸ ਕਰਕੇ ਕਹਿੰਦੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਵੀਂ ਦਿਸ਼ਾ ਤੋਰੀ। ਉਹ ਕਹਿੰਦੇ ਹਨ ਜਿੱਥੇ ਹਰਮੰਦਰ ਸਾਹਿਬ ਹੈ, ਨਾਲ ਅਕਾਲ ਤਖਤ ਵੀ ਹੋਣਾ ਚਾਹੀਦਾ ਹੈ। ਕਿਰਪਾ ਆਪ ਕੀ ਤੇ ਬਰ ਪਾਇਸ, ਔਚਕ ਭਏ ਸ਼ਗੁਨ ਸੁਭ ਆਏ। ਕਹਿੰਦੇ ਹਨ ਤੁਹਾਡੀ ਕਿਰਪਾ ਦੇ ਨਾਲ ਅਸੀਂ ਇਹ ਵਰ ਪ੍ਰਾਪਤ ਕੀਤਾ ਹੈ। ਪਰ ਮਾਤਾ ਜੀ ਕਹਿੰਦੇ ਕਮਾਲ ਦੀ ਗੱਲ ਇਹ ਹੋਈ, ਨਾਲੋਂ ਨਾਲ ਬੜੇ ਵਧੀਆ ਸ਼ਗਨ ਹੋਣ ਲੱਗ ਪਏ। ਬੱਦਲ ਦਾ ਗੜਕਣਾ, ਬਿਜਲੀ ਦੀ ਲਾਈਟਿੰਗ ਚਾਰੇ ਬੰਨੇ ਹੋਣੀ। ਕਈ ਵਾਰੀ ਕੋਈ ਕੰਮ ਆਰੰਭ ਕਰਦੇ ਹਾਂ, ਜੇ ਕੰਮ ਨੇ ਸਿਰੇ ਚੜ੍ਹਨਾ ਉਹਦੇ ਸ਼ਗਨ ਵੀ ਠੀਕ ਹੀ ਹੁੰਦੇ ਨੇ। ਔਰ ਸਾਡੇ ਦੇਸ਼ ਦੇ ਸ਼ਗਨ ਤੇ ਅਪਸ਼ਗਨ, ਇਹਨਾਂ ਦਾ ਬੜਾ ਕੰਮ ਚੱਲਿਆ ਸ਼ੁਰੂ ਤੋਂ ਲੈ ਕੇ। ਪਰ ਕਈ ਵਾਰੀ ਇਹ ਸ਼ਗਨ ਤੇ ਅਪਸ਼ਗਨ ਅੰਧ ਵਿਸ਼ਵਾਸ ਵੀ ਬਣ ਜਾਂਦਾ, ਬੜੀ ਵਾਰੀ। ਇਸ ਕਰਕੇ ਮਨੁੱਖ ਫਿਰ ਡਰਦਾ ਹੀ ਰਹਿੰਦਾ ਹੈ, ਆਹ ਮਾੜਾ ਹੋ ਗਿਆ, ਆਹ ਮਾੜਾ ਹੋ ਗਿਆ। ਇਸ ਕਰਕੇ ਉਹ ਕਹਿੰਦੇ ਹਨ ਜਦੋਂ ਉਹਨਾਂ ਨੇ ਵਰ ਦਿੱਤਾ ਹੈ, ਬੜੇ ਹੀ ਸ਼ਗਨ ਸਹੀ ਹੋਏ ਹਨ। ਗਰਜਿਓ ਘਨ ਅਰ ਚਮਕੀ ਤੜਕਾ, ਤਿਨ ਕੋ ਦੇਖ ਬ੍ਰਿਤ ਹਰ ਖਾਏ। ਕਹਿੰਦੇ ਨਾਲ ਦੀ ਨਾਲ ਬੱਦਲ ਵੀ ਗੜਕਿਆ, ਬਿਜਲੀ ਵੀ ਲਿਸ਼ਕਾ ਮਾਰ ਰਹੀ ਸੀ। ਉਹਨਾਂ ਨੂੰ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਹੱਸਣ ਲੱਗ ਪਏ। ਬੈਠੇ ਤਖਤ ਮਹਤ ਹੋਏ ਜੋਦਾ, ਰਨ ਪ੍ਰਿਯ ਹਨ ਹੈ ਵਿਪਨ ਸਮੁਦਾਏ। ਕਹਿੰਦੇ ਹਨ ਉਹਨਾਂ ਨੇ ਵਰ ਦਿੱਤਾ, ਜੋ ਤੁਹਾਡੇ ਘਰ ਪੁੱਤਰ ਪੈਦਾ ਹੋਏਗਾ, ਉਹ ਪੁੱਤਰ ਵੱਡਾ ਯੋਧਾ ਹੋਏਗਾ, ਤਖਤ ਤੇ ਬੈਠੇਗਾ। ਔਰ ਜਿੰਨੇ ਵੀ ਵੈਰੀ ਹਨ, ਜਿਹੜੇ ਲੋਕ ਅਨਰਥਤਾ ਕੰਮ ਕਰਦੇ ਹਨ, ਰਾਖਸ਼ ਬਿਰਤੀ ਧਾਰਨ ਕਰਦੇ ਹਨ। ਕਿਉਂਕਿ ਦੋ ਹੀ ਬਿਰਤੀਆਂ ਨੇ ਜਗਤ ਦੇ, ਦੇਵ ਬਿਰਤੀ ਤੇ ਰਾਖਸ਼ ਬਿਰਤੀ। ਦੇਵ ਬਿਰਤੀ ਹੁੰਦੀ ਹੈ ਵੰਡ ਕੇ ਛਕਣਾ, ਦੇਣਾ ਸਭ ਨੂੰ, ਇਹ ਦੇਵ ਬਿਰਤੀ ਹੈ। ਰਾਖਸ਼ ਬਿਰਤੀ ਹੈ ਖੋਹ ਲੈਣਾ, ਉਸ ਦਾ ਵੀ ਖੋਹ ਲਵਾਂ, ਉਸ ਦਾ ਵੀ ਖੋਹ ਲਵਾਂ, ਸਾਰਿਆਂ ਦਾ ਹੀ ਖੋਹ ਲਵਾਂ। ਆਪਣਾ ਤੇ ਆਪਣਾ ਹੈ, ਦੂਜੇ ਦਾ ਵੀ ਮੇਰਾ ਹੋ ਜਾਏ, ਇਹ ਰਾਖਸ਼ ਬਿਰਤੀ ਹੈ, ਖੋਹਣ ਵਾਲੀ ਬਿਰਤੀ। ਫਿਰ ਜਿਨ੍ਹਾਂ ਦੇ ਵਿੱਚ ਐਸੀ ਬਿਰਤੀ ਉਤਪੰਨ ਹੋ ਜਾਂਦੀ ਹੈ, ਉਹ ਵਿਅਕਤੀ ਕਦੇ ਵੀ ਗੱਲਾਂ ਬਾਤਾਂ ਨਾਲ ਨਹੀਂ ਸਮਝਦੇ। ਕਦੇ ਆਪ ਜੀ ਵੇਖ ਲੈਣਾ, ਜਿਹੜੇ ਵਿਅਕਤੀਆਂ ਦੇ ਵਿੱਚ ਐਸੀ ਗੱਲ ਪ੍ਰਬਲ ਹੋ ਜਾਂਦੀ ਹੈ, ਗੱਲਾਂ ਬਾਤਾਂ ਦੀ ਸੀਮਾ ਤੋਂ ਉਹ ਬਾਹਰ ਚਲੇ ਜਾਂਦੇ ਨੇ। ਉਹਨਾਂ ਨੂੰ ਫਿਰ ਕਾਨੂੰਨਨ ਤੌਰ 'ਤੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ, ਇੱਕ ਕਾਇਦੇ ਦੇ ਤਹਿਤ, ਫਿਰ ਹੀ ਉਹਨਾਂ ਨੂੰ ਸਮਝ ਲੱਗਦੀ ਹੈ।
ਗੁਣ ਬੇਸਾਲ ਨਿਜ ਬੰਸ ਬਿਰਤਾਵੈ ਗੁਰ ਘਰ ਮੈਂ ਅਸ ਸੁਤ ਉਪਜਾਏ। ਕਹਿੰਦੇ ਉਹਨਾਂ ਨੇ, ਮਾਤਾ ਗੰਗਾ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਦੱਸ ਰਹੇ ਨੇ, ਉਹਨਾਂ ਨੇ ਵਰ ਦਿੱਤਾ ਹੈ, ਉਹਨਾਂ ਦੇ ਵਿੱਚ ਬੜੇ ਵਿਸ਼ਾਲ ਗੁਣ ਹੋਣਗੇ। ਜੋ ਗੁਰੂ ਘਰ ਦਾ ਵੰਸ਼ ਹੈ ਉਸ ਨੂੰ ਉਹ ਅੱਗੇ ਵਧਾ ਕੇ ਰੱਖਣਗੇ। ਸੁਣਤ ਪ੍ਰਸੰਨ ਭਏ ਗੁਰ ਅਰਜਨ ਮਹਿਮਾ ਸੰਤਨ ਕਰਹਿ ਉਚਾਰ। ਇਹ ਗੱਲ ਸੁਣ ਕੇ ਸਾਰੀ ਵਾਰਤਾ ਜਦੋਂ ਮਾਤਾ ਜੀ ਨੇ ਸੁਣਾਈ, ਗੁਰੂ ਅਰਜਨ ਸਾਹਿਬ ਜੀ ਨੇ ਬੜੇ ਧਿਆਨ ਨਾਲ ਸੁਣੀ। ਸੁਣਨ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਬੜੇ ਹੀ ਪ੍ਰਸੰਨ ਹੋਏ ਹਨ। ਸੂਸਖ ਸਥਲ ਜਲ ਤਲ ਮਹਿ ਪੂਰੈ ਪੂਰਨ ਸੁਸਕ ਕਰੈ ਇੱਕ ਬਾਰ। ਸਤਿਗੁਰੂ ਜੀ ਮਹਾਰਾਜ ਜੀ ਨੇ ਫਿਰ ਸੰਤਾਂ ਦੀ ਮਹਿਮਾ ਦੱਸਣੀ ਸ਼ੁਰੂ ਕੀਤੀ। ਮਾਤਾ ਗੰਗਾ ਜੀ ਨੇ ਉਹਨਾਂ ਨੇ ਦੱਸਣਾ ਸ਼ੁਰੂ ਕੀਤਾ ਹੈ ਪਰਮਾਤਮਾ ਦੇ ਜਿਹੜੇ ਪਿਆਰੇ ਹੁੰਦੇ ਨੇ ਉਹਨਾਂ ਦੇ ਹੱਥਾਂ ਵਿੱਚ ਕੀ ਕੀ ਹੁੰਦਾ ਹੈ। ਕਿਉਂਕਿ ਦੁਨੀਆ ਦੇ ਉੱਤੇ ਦੋ ਵਿਅਕਤੀਆਂ ਦਾ ਨਾਂ ਸਦਾ ਰਹਿੰਦਾ ਹੈ, ਦੋ ਹਸਤੀਆਂ ਸਦਾ ਹੀ ਬਣੀਆਂ ਰਹਿੰਦੀਆਂ ਨੇ, ਇੱਕ ਪਰਮਾਤਮਾ ਔਰ ਇੱਕ ਪਰਮਾਤਮਾ ਦੇ ਪਿਆਰੇ ਭਗਤ। ਦੋਵਾਂ ਦਾ ਹੀ ਸਤਿਕਾਰ ਦੁਨੀਆ ਤੇ ਹੁੰਦਾ ਹੈ। ਤੀਜਾ ਸਤਿਕਾਰ ਦੁਨੀਆ ਤੇ ਨਾ ਅੱਜ ਤਾਈਂ ਹੋਇਆ ਨਾ ਕਿਸੇ ਦਾ ਹੋਣਾ ਹੈ। ਸਤਿਕਾਰ ਜਾਂ ਤੇ ਪਰਮਾਤਮਾ ਦਾ ਹੈ ਜਾਂ ਫਿਰ ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ ਕੀਤੀ ਹੈ। ਇਸ ਕਰਕੇ ਦੁਨੀਆ ਤੇ ਕਥਾਵਾਂ ਵੀ ਦੋ ਹੀ ਵਿਅਕਤੀਆਂ ਦੀਆਂ ਨੇ, ਦੋ ਹੀ ਹਸਤੀਆਂ ਨੇ। ਜਾਂ ਤੇ ਪਰਮਾਤਮਾ ਦੀ ਕਥਾ ਚੱਲਦੀ ਹੈ ਜਾਂ ਪਰਮਾਤਮਾ ਦੇ ਪਿਆਰਿਆਂ ਦੀ ਚੱਲਦੀ ਹੈ, ਤੀਜੇ ਵਿਅਕਤੀ ਦੀ ਗੱਲ ਨਹੀਂ ਹੁੰਦੀ। ਫਿਰ ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਕਈ ਵਾਰੀ ਬਾਣੀ ਵਿੱਚ ਇਹ ਸ਼ਬਦ ਆਉਂਦਾ, ਸਭ ਕੁਝ ਜੋ ਦੁਨੀਆ ਦਾ ਹੈ ਉਹ ਪਰਮਾਤਮਾ ਦੇ ਵਸ ਵਿੱਚ ਹੈ। ਸਭ ਕੁਝ ਜਿੰਨੇ ਅਸੀਂ ਬੈਠੇ ਹਾਂ, ਜਿੰਨੇ ਜੀਵ ਤਕਰੀਬਨ ਇਸ ਦੁਨੀਆ ਤੇ ਚੱਲ ਰਹੇ ਨੇ, ਕਿੰਨੇ ਕੁ ਹੋਣਗੇ? ਚਲੋ ਮਨੁੱਖਾ ਜਾਤੀ ਦੀ ਤੇ ਗਿਣਤੀ ਸਾਡੇ ਕੋਲ ਹੈ 6-7 ਅਰਬ ਦੇ ਕਰੀਬ ਸਾਰੇ ਮਨੁੱਖ ਦੁਨੀਆ ਤੇ ਨੇ, ਇਸਤਰੀਆਂ ਤੇ ਪੁਰਸ਼। ਹੋਰ ਦੁਨੀਆ ਦੀ ਤੇ ਸਾਡੇ ਕੋਲ ਗਿਣਤੀ ਨਹੀਂ ਹੈ, ਕਾਊਂਟਿੰਗ ਹੀ ਨਹੀਂ ਹੈ। ਹੁਣ ਇੱਥੋਂ ਤਾਈਂ ਦੇ ਕਈ ਐਸੇ ਜੀਵ ਨੇ ਜਿਹੜੇ ਹਵਾ ਵਿੱਚ ਨੇ, ਉਹਨਾਂ ਦੀ ਤੇ ਗਿਣਤੀ ਹੋ ਹੀ ਨਹੀਂ ਸਕਦੀ। ਕਿੰਨੇ ਛੋਟੇ ਛੋਟੇ ਜੀਵ ਨੇ ਜਿਹੜੇ ਵਿਖਦੇ ਵੀ ਨਹੀਂ। ਪਰ ਜੋ ਕੁਝ ਵੀ ਹਵਾ ਵਿੱਚ ਹੈ, ਭਾਵੇਂ ਉਹ ਬਾਹਰ ਹੈ, ਭਾਵੇਂ ਵਿਖ ਰਿਹਾ ਹੈ ਭਾਵੇਂ ਨਹੀਂ ਵਿਖ ਰਿਹਾ, ਹਰੇਕ ਚੀਜ਼ ਹੀ ਪਰਮਾਤਮਾ ਦੇ ਹੁਕਮ ਦੇ ਅਧੀਨ ਹੈ। ਇਸ ਕਰਕੇ ਮਹਾਰਾਜ ਨਾ ਬਾਣੀ ਵਿੱਚ ਗੱਲ ਕਹਿੰਦੇ ਨੇ, ਮਨੁੱਖ ਆਪਣੀ ਜ਼ਿੰਦਗੀ ਵਿੱਚ ਕੁਝ ਆਈਡੀਏ ਲਾ ਕੇ ਬੈਠਾ, ਐਵੇਂ ਹੋਣਾ ਚਾਹੀਦਾ ਹੈ। ਕੁਝ ਆਈਡੀਏ ਆਪਣੇ ਬਣਾਏ ਹੋਏ ਨੇ, ਐਵੇਂ ਹੋਣਾ ਚਾਹੀਦਾ ਹੈ। ਪਰ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਕੁਝ ਸੋਚ ਰਿਹਾ ਹੈ, ਜ਼ਿੰਦਗੀ ਵਿੱਚ ਹੋ ਕੁਝ ਜਾਂਦਾ ਹੈ। ਮਨੁੱਖ ਆਪਣੀ ਜ਼ਿੰਦਗੀ ਵਿੱਚ ਸੋਚਦਾ ਐਵੇਂ ਹੋਣਾ ਚਾਹੀਦਾ ਹੈ, ਉਵੇਂ ਨਹੀਂ ਹੁੰਦਾ। ਨਰ ਚਾਹਤ ਕਛ ਔਰ ਹੈ ਕਿ ਔਰ ਹੈ ਭਾਈ। ਇਸ ਕਰਕੇ ਆਪਣੀ ਜ਼ਿੰਦਗੀ ਦੇ 5 ਸਾਲ ਪਿੱਛੇ ਜਾਣਾ, ਬਹੁਤ ਕੁਝ ਐਸਾ ਨਹੀਂ ਹੋਇਆ ਜੋ ਅਸੀਂ ਚਾਹੁੰਦੇ ਸੀ, ਤੇ ਬਹੁਤ ਕੁਝ ਐਸਾ ਹੋ ਗਿਆ ਜਿਹੜਾ ਅਸੀਂ ਕਦੇ ਨਹੀਂ ਚਾਹਿਆ। ਇਹ ਕਦੀ ਨੋਟ ਕਰਕੇ ਵੇਖਣਾ। ਔਰ ਅੱਜ ਵੀ ਅਸੀਂ ਇੱਥੇ ਬੈਠੇ ਹਾਂ, ਅੱਜ ਤੋਂ 5 ਸਾਲਾਂ ਬਾਅਦ ਬਹੁਤ ਕੁਝ ਐਸਾ ਨਹੀਂ ਹੋਣਾ ਜੋ ਅਸੀਂ ਅੱਜ ਚਾਹ ਰਹੇ ਹਾਂ, ਤੇ ਬਹੁਤ ਕੁਝ ਐਸਾ ਹੋ ਜਾਣਾ ਜੋ ਅਸੀਂ ਨਹੀਂ ਚਾਹੁੰਦੇ। ਹੁਣ ਅੱਜ ਤੋਂ 5 ਸਾਲ ਪਹਿਲਾਂ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਪੂਰਾ ਦੇਸ਼ ਦੇ ਸ਼ਟਰ ਬੰਦ ਹੋ ਜਾਣਗੇ, ਕਿਸੇ ਨੇ ਕਲਪਨਾ ਵੀ ਨਹੀਂ ਸੀ। ਅੱਜ ਤਾਈਂ ਕਿਸੇ ਦੇ ਕਲਪਨਾ ਵੀ ਨਹੀਂ ਆਈ ਹੋਏਗੀ ਦਿਮਾਗ ਦੇ ਵਿੱਚ ਵੀ ਐਸਾ ਸਮਾਂ ਵੀ ਆਏਗਾ ਜਦੋਂ ਇਹ ਪੂਰਾ ਦੇਸ਼ ਬੰਦ ਹੋ ਜਾਏਗਾ। ਪੂਰਾ ਦੇਸ਼ ਨਹੀਂ, ਪੂਰਾ ਵਿਸ਼ਵ ਵੀ। ਕਈ ਵਾਰੀ ਦਿਮਾਗ ਵਿੱਚ ਐਸੀਆਂ ਕਲਪਨਾਵਾਂ ਆਉਂਦੀਆਂ ਸੀ ਵੀ ਜੇ ਐਸਾ ਹੋ ਜਾਏ ਤਾਂ ਕੀ ਹੋਏਗਾ। ਮੈਂ ਸੋਚਦਾ ਜੋ ਸੋਚਦੇ ਸੀ ਕਈ ਵਾਰੀ ਜ਼ਿੰਦਗੀ ਵਿੱਚ ਸਾਹਮਣੇ ਹੋ ਜਾਂਦਾ, ਵੀ ਹੋ ਗਿਆ, ਇੱਕਦਮ ਚੱਕਾ ਬੰਦ ਹੋ ਜਾਏਗਾ, ਨਹੀਂ ਸੀ ਸੋਚਿਆ। ਇਸ ਕਰਕੇ ਜੋ ਕੁਝ ਮਨੁੱਖ ਸੋਚਦਾ ਹੈ ਬੜੀ ਵਾਰੀ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਉਹਦਾ ਇੱਕ ਕਾਰਨ ਹੈ, ਕਿਉਂਕਿ ਮਨੁੱਖ ਨੂੰ ਆਪਣੇ ਕਰਮਾਂ ਦਾ ਨਹੀਂ ਪਤਾ। ਜੋ ਜੋ ਉਹਨੇ ਕਰਮ ਕੀਤੇ ਨੇ
ਉਹਨਾਂ ਦੇ ਉਹਨੂੰ ਰਿਜ਼ਲਟ ਮਿਲਣੇ ਨੇ। ਹੁਣ ਉਹਨੂੰ ਆਪਣੇ ਕਰਮਾਂ ਦਾ ਨਹੀਂ ਪਤਾ, ਔਰ ਰਿਜ਼ਲਟ ਬੜੇ ਵਿਅਕਤੀਆਂ ਦੇ ਵਿੱਚੋਂ ਦੀ ਮਿਲਣੇ ਨੇ ਉਹਨੂੰ। ਹੋ ਸਕਦਾ ਹੈ ਜਿਨ੍ਹਾਂ ਨੂੰ ਆਪਣੇ ਮਿੱਤਰ ਸਮਝ ਰਿਹਾ ਹੋਏ, 1 ਸਾਲ ਬਾਅਦ ਉਹ ਵੀ ਦੁਸ਼ਮਣ ਬਣ ਜਾਣ, ਐਸਾ ਹੋ ਸਕਦਾ ਹੈ। ਕਿਉਂਕਿ ਮਨੁੱਖ ਨੂੰ ਆਪਣੇ ਕਰਮ ਭੁਗਤਣੇ ਪੈਣੇ ਨੇ, ਔਰ ਕਰਮ ਪਤਾ ਨਹੀਂ ਕਿੰਨਾਂ ਦੇ ਵਿੱਚੋਂ ਭੁਗਤਣੇ ਪੈ ਜਾਣ, ਇਹ ਵੀ ਨਹੀਂ ਪਤਾ। ਇਸ ਕਰਕੇ ਜੋ ਕੁਝ ਅੱਗੇ ਜ਼ਿੰਦਗੀ 'ਚ ਹੋਣਾ ਹੈ ਅਨਸਰਟੇਨ ਹੈ, ਨਿਸ਼ਚਿਤ ਨਹੀਂ ਹੈ, ਅਨਿਸ਼ਚਿਤ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਸੰਤ ਨੇ, ਜੋ ਸਾਧੂ ਨੇ, ਜੋ ਬ੍ਰਹਮ ਗਿਆਨੀ ਹੋ ਗਏ ਨੇ, ਸਿਰਫ ਉਹਨਾਂ ਦਾ ਹੀ ਨਾਂ ਦੁਨੀਆ 'ਤੇ ਰਹਿੰਦਾ ਹੈ, ਬਾਕੀ ਕਿਸੇ ਦਾ ਨਹੀਂ। ਫਿਰ ਉਹਨਾਂ ਦੀ ਮਹਿਮਾ ਕੀ ਹੈ? ਉਹਨਾਂ ਦੀ ਮਹਿਮਾ ਹੈ ਜੇ ਉਹ ਵਚਨ ਕਰਦੇ ਨੇ, ਜਿਹੜੇ ਸੁੱਕੇ ਹੋਏ ਥਾਂ ਨੇ ਉਹਨਾਂ ਥਾਵਾਂ 'ਤੇ ਪਾਣੀ ਕਰ ਦਿੰਦੇ ਨੇ, ਔਰ ਜਿਨ੍ਹਾਂ ਥਾਵਾਂ 'ਤੇ ਪਾਣੀ ਹੈ ਉਹਨਾਂ ਨੂੰ ਸੁਕਾ ਦਿੰਦੇ ਨੇ। ਭਾਵ ਜਿਨ੍ਹਾਂ ਵਿਅਕਤੀਆਂ ਦੇ ਵਿੱਚ ਕੋਈ ਗੁਣ ਨਹੀਂ ਉਹਨਾਂ ਨੂੰ ਗੁਣਵਾਨ ਕਰ ਦਿੰਦੇ ਨੇ, ਔਰ ਜਿਨ੍ਹਾਂ ਦੇ ਵਿੱਚ ਬੜੇ ਵੱਡੇ ਗੁਣ ਨੇ, ਆਪਣੀ ਜ਼ਿੰਦਗੀ ਵਿੱਚ ਬਹੁਤ ਹੁਸ਼ਿਆਰ ਨੇ, ਇੱਕ ਵਚਨ ਦੇ ਨਾਲ ਮੂਰਖ ਬਣ ਜਾਂਦੇ ਨੇ ਜ਼ਿੰਦਗੀ 'ਚ। ਐਸਾ ਹੋ ਸਕਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਪਣੀਆਂ ਉਦਾਸੀਆਂ 'ਤੇ ਗਏ, ਮਹਾਰਾਜ ਜੀ ਨੂੰ ਭੀਲ ਜਾਤੀ ਦਾ ਕੌਡਾ ਰਾਖਸ਼ ਮਿਲਦਾ ਹੈ। ਹੁਣ ਕੌਡੇ ਰਾਖਸ਼ ਨੂੰ ਆਪਣੀ ਜ਼ਿੰਦਗੀ 'ਚ ਨਹੀਂ ਸੀ ਪਤਾ ਮੇਰੀ ਜ਼ਿੰਦਗੀ ਵਿੱਚ ਏਡਾ ਵੱਡਾ ਬਦਲਾਅ ਆ ਜਾਏਗਾ। ਸਿਰਫ ਗੁਰੂ ਨਾਨਕ ਸਾਹਿਬ ਜੀ ਉਹਨੂੰ ਮਿਲੇ, ਉਹਨਾਂ ਦੇ ਮਿਲਣ ਦੇ ਨਾਲ ਹੀ ਲੋਕਾਂ ਨੂੰ ਮਾਰਨ ਵਾਲਾ, ਇੱਥੋਂ ਤਾਈਂ ਲੋਕਾਂ ਦਾ ਮਾंस ਖਾਣ ਵਾਲਾ ਉਹ ਕੌਡਾ ਰਾਖਸ਼ ਬਦਲ ਕੇ ਭਾਈ ਕੌਡਾ ਬਣ ਗਿਆ। ਸਿਰਫ ਗੁਰੂ ਨਾਨਕ ਸਾਹਿਬ ਦੀ ਮਹਿਮਾ। ਇਸ ਕਰਕੇ ਮੈਨੂੰ ਮਹਾਤਮਾ ਬੁੱਧ ਦੀ ਗੱਲ ਬੜੀ ਯਾਦ ਆਉਂਦੀ ਹੈ। ਕੋਈ ਵਿਅਕਤੀ ਉਹਨਾਂ ਦੇ ਕੋਲ ਆਇਆ, ਕਹਿੰਦਾ ਮੈਨੂੰ ਉਪਦੇਸ਼ ਦਿਓ। ਮਹਾਤਮਾ ਬੁੱਧ ਕਹਿਣ ਲੱਗੇ, ਅਗਰ ਮੇਰੇ ਕੋਲ ਬੈਠਿਆਂ ਤੈਨੂੰ ਕੁਛ ਨਹੀਂ ਨਾ ਮਿਲਿਆ, ਮੇਰੇ ਬੋਲਿਆਂ ਵੀ ਤੈਨੂੰ ਕੁਛ ਨਹੀਂ ਮਿਲਦਾ। ਉਹ ਮਹਾਂਪੁਰਖ ਉਹੀ ਸੰਤ ਹੁੰਦਾ ਹੈ ਜਿਹਦੇ ਕੋਲ ਬੈਠਿਆਂ ਹਿਰਦਾ ਬਦਲਣਾ ਸ਼ੁਰੂ ਹੋ ਜਾਏ। ਕੋਲ ਬੈਠਿਆਂ, ਜਿਸ ਦੇ ਕੋਲ ਬੈਠਿਆਂ ਮਨ ਕਾਹਲਾ ਪਵੇ, ਮਨ ਦੇ ਵਿੱਚ ਹੋਰ ਹੀ ਹੋਰ ਵਿਚਾਰ ਆਉਣ, ਫਿਰ ਹਜੇ ਤਾਈਂ ਉਹ ਪਹੁੰਚਿਆ ਹੋਇਆ ਨਹੀਂ। ਜਿਵੇਂ ਅਸੀਂ ਬਰਫ਼ ਦੇ ਕੋਲ ਬੈਠਦੇ ਹਾਂ ਨਾ, ਬਰਫ਼ ਦਾ ਕਮਰਾ, ਏਸੀ ਦੇ ਵਿੱਚ ਬੈਠਦੇ ਹਾਂ, ਅੰਦਰ ਜਾਵਾਂਗੇ ਤਾਂ ਠੰਡ ਲੱਗਣੀ ਆਪਣੇ ਆਪ ਸ਼ੁਰੂ ਹੋ ਜਾਂਦੀ ਹੈ। ਸਿਆਲਾਂ ਵਿੱਚ ਹੀਟਰ ਚੱਲਦੇ ਹੋਣ, ਕਮਰੇ ਵਿੱਚ ਜਾਈਏ, ਗਰਮੀ ਆਪਣੇ ਆਪ ਹੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਨੇ ਗੁਰਬਾਣੀ ਵਿੱਚ ਉਦਾਹਰਨ ਦਿੱਤਾ ਹੈ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਕਹਿੰਦੇ ਉਹ ਵੀ ਚੰਦਨ ਬਣ ਜਾਂਦੇ ਨੇ। ਕਹਿੰਦੇ ਜਿਹੜੇ ਬਾਂਸ ਵਰਗੇ ਹੁੰਦੇ ਨੇ ਉਹਨਾਂ ਵਿੱਚ ਤਾਂ ਕੁਝ ਨਹੀਂ ਹੁੰਦਾ, ਪਰ ਚੰਦਨ ਦੇ ਕੋਲ ਕੋਲ ਜਿੰਨੇ ਦਰਖਤ ਹੁੰਦੇ ਨੇ ਉਹ ਵੀ ਚੰਦਨ ਵਰਗੀ ਖੁਸ਼ਬੂ ਦੇਣੀ ਸ਼ੁਰੂ ਕਰ ਦਿੰਦੇ ਨੇ। ਕਿਉਂਕਿ ਸੰਤ ਦੀ, ਪਰਮਾਤਮਾ ਦੇ ਨਾਮ ਜਪਣ ਵਾਲੇ ਦੀ ਮਹਿਮਾ ਹੀ ਐਸੀ ਹੁੰਦੀ ਹੈ। ਰੰਗ ਰਾਵ ਤੇ ਰਾਵ ਰੰਗ ਤੇ ਮ੍ਰਿਤ ਜੀਵਾਏ ਜੀਵਤ ਦੇ ਮਾਰ। ਉਹਨਾਂ ਦੀ ਮਹਿਮਾ ਕੈਸੀ ਹੈ? ਕਹਿੰਦੇ ਜਿਹੜੇ ਰਾਜੇ ਨੇ ਉਹਨਾਂ ਨੂੰ ਰੰਕ ਕਰ ਦਿੰਦੇ ਨੇ, ਔਰ ਜਿਹੜੇ ਰੰਕ ਨੇ ਜਿਨ੍ਹਾਂ ਨੂੰ ਕਦੇ ਕੋਈ ਨਹੀਂ ਸੀ ਜਾਣਦਾ ਉਹਨਾਂ ਨੂੰ ਰਾਜਾ ਬਣਾ ਦਿੰਦੇ ਨੇ। ਇਹ ਮਹਿਮਾ ਹੈ ਸੰਤ ਦੇ ਬੋਲਾਂ ਦੀ। ਮੈਨੂੰ ਯਾਦ ਆਉਂਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਨਾ ਇੱਕ ਵਾਰ ਇੱਕ ਚੌਧਰੀ ਹੈ, ਉਹ ਆ ਗਿਆ, ਬੜਾ ਵੱਡਾ ਏਰੀਏ ਦਾ, ਜਿਵੇਂ ਅਸੀਂ ਅੱਜ ਕਹਿੰਦੇ ਨੇ MLA, ਉਦੋਂ ਚੌਧਰੀ ਹੁੰਦੇ ਸੀ। ਉਸ ਦੇ ਭਰਾ ਦੀ ਮ੍ਰਿਤੂ ਹੋ ਗਈ। ਭਰਾ ਦੀ ਮ੍ਰਿਤੂ ਹੋਣ ਦੇ ਭਰਾ ਦੇ 2 ਬੱਚੇ ਸੀ। ਉਸ ਦੀ ਘਰਵਾਲੀ ਕਹਿੰਦੀ ਹੈ ਇਹਨਾਂ ਦੀ ਪਰਵਰਿਸ਼ ਕੌਣ ਕਰੇਗਾ? ਕਹਿੰਦੇ ਆਪਣੇ ਕੋਲ ਬੜੀ ਜ਼ਮੀਨ ਅਸੀਂ ਕਰ ਲਵਾਂਗੇ। ਕਹਿੰਦੇ ਨਹੀਂ, ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਨੇ, ਜਾਂ ਉਹਨਾਂ ਕੋਲ ਜਾ, ਉਹਨਾਂ ਨੂੰ ਕਹਿ ਇਹਨਾਂ ਨੂੰ ਕੋਈ ਵਰ ਦੇਣਗੇ। ਉਹ ਬੱਚਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਲੈ ਗਿਆ, ਤੇ ਪਹਿਲਾਂ ਉਹਨੇ ਸਿਖਾ ਲਿਆ ਵੀ ਜਦੋਂ ਗੁਰੂ ਜੀ ਦੇ ਸਾਹਮਣੇ ਜਾਣਾ ਹੈ ਨਾ, ਆਪਣਾ ਝੱਗਾ ਚੁੱਕ ਲੈਣਾ ਤੇ ਢਿੱਡ ਖੜਕਾਉਣੇ ਨੇ ਆਪਣੇ। ਉਹਨਾਂ ਉਵੇਂ ਕੀਤਾ, ਗੁਰੂ ਸਾਹਿਬ ਜੀ ਦੇ ਸਾਹਮਣੇ ਗਏ, ਆਪਣੇ ਪੇਟ ਤੇ ਹੱਥ ਮਾਰਨਾ ਸ਼ੁਰੂ ਕਰ ਦਿੱਤਾ। ਮਹਾਰਾਜ ਵੇਖ ਕੇ ਬੜੇ ਹੈਰਾਨ ਹੋਏ, ਪੁੱਛਣ ਲੱਗੇ ਭਾਈ ਇਹ ਕੌਣ ਨੇ ਬੱਚੇ, ਆਪਣੇ ਪੇਟ ਤੇ ਕਿਉਂ ਹੱਥ ਮਾਰਦੇ ਨੇ? ਉਹ ਜਿਹੜਾ ਉਹਨਾਂ ਦਾ ਚਾਚਾ ਨਾਲ ਆਇਆ ਸੀ, ਇਹ ਕਹਿੰਦੇ ਮੇਰੇ ਭਰਾ ਦੇ ਮੁੰਡੇ ਨੇ, ਇਹ ਹੱਥ ਕਿਉਂ ਮਾਰਦੇ ਨੇ?
ਕਹਿੰਦੇ ਇਹਨਾਂ ਦਾ ਪਿਤਾ ਦੁਨੀਆ ਤੋਂ ਚਲਾ ਗਿਆ। ਕਹਿੰਦੇ ਸਾਨੂੰ ਹੁਣ ਰੋਟੀ ਕੌਣ ਖਵਾਏਗਾ? ਮਹਾਰਾਜ ਬਖਸ਼ਿਸ਼ ਕਰੋ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤੁਸੀਂ ਤੇ ਬੜੇ ਵੱਡੇ ਹੋ, ਬੜਾ ਪੈਸਾ ਹੈ, ਤੁਸੀਂ ਇਹਨਾਂ ਦੀ ਪਾਲਣਾ ਕਰੋ। ਕਹਿੰਦੇ ਮਹਾਰਾਜ ਤੁਸੀਂ ਬਖਸ਼ਿਸ਼ ਕਰੋ। ਮਹਾਰਾਜ ਬੜੇ ਆਨੰਦਮਈ ਆਪਣੇ ਇੱਕ ਰਾਗ ਦੇ ਵਿੱਚ ਬੈਠੇ ਸੀ। ਮਹਾਰਾਜ ਕਹਿੰਦੇ ਹੁਣ ਇਹ ਦੋਵੇਂ ਰਾਜੇ ਬਣਨਗੇ, ਲੈ ਜਾਓ ਇਹਨਾਂ ਨੂੰ। ਬੜਾ ਖੁਸ਼ ਹੋਇਆ ਵੀ ਗੁਰੂ ਜੀ ਨੇ ਵਰ ਦੇ ਦਿੱਤਾ। ਘਰ ਆਇਆ, ਘਰ ਵਾਲੇ ਨੂੰ ਕਹਿੰਦਾ ਗੁਰੂ ਜੀ ਨੇ ਵਰ ਦੇ ਦਿੱਤਾ, ਇਹ ਰਾਜੇ ਬਣਨਗੇ। ਕਹਿੰਦੀ ਇਹ ਤੇ ਰਾਜੇ ਬਣਨਗੇ, ਤੇਰੇ ਬੱਚੇ ਇਹਨਾਂ ਦੇ ਵਜ਼ੀਰ ਬਣਨਗੇ, ਤੇਰੇ ਬੱਚੇ ਭੁੱਖੇ ਮਰਨਗੇ, ਜਾ ਦੁਬਾਰਾ ਗੁਰੂ ਜੀ ਕੋਲ। ਫਿਰ ਮੈਂ ਕਹਿੰਦਾ ਮਹਾਰਾਜ ਇਹ ਤੇ ਰਾਜੇ ਬਣ ਜਾਣਗੇ ਤੇ ਮੈਂ ਤੇ ਫਿਰ ਪਿੱਛੇ ਰਹਿ ਗਿਆ, ਮੈਨੂੰ ਵੀ ਵਰ ਦਿਓ। ਮਹਾਰਾਜ ਉਹ ਤੇ ਸਮਾਂ ਲੰਘ ਗਿਆ, ਉਹ ਸਮਾਂ ਰੋਜ਼ ਰੋਜ਼ ਨਹੀਂ ਆਉਂਦਾ। ਇਸ ਕਰਕੇ ਕਈ ਵਾਰੀ ਐਸਾ ਹੁੰਦਾ ਹੈ ਜਦੋਂ ਪਰਮਾਤਮਾ ਦੇਣ ਨੂੰ ਤਿਆਰ ਹੁੰਦਾ ਹੈ, ਅਸੀਂ ਲੈਣ ਨੂੰ ਤਿਆਰ ਨਹੀਂ ਹੁੰਦੇ। ਜਦੋਂ ਅਸੀਂ ਲੈਣ ਨੂੰ ਤਿਆਰ ਹੁੰਦੇ ਹਾਂ ਉਦੋਂ ਖਜ਼ਾਨਾ ਮੁੱਕ ਜਾਂਦਾ ਹੈ। ਉਹਦੀ ਪ੍ਰਸੰਨਤਾ ਹੋ ਸਕਦਾ ਹੈ ਮਨੁੱਖ ਉਹਦੀ ਬੰਦਗੀ ਕਰੇ, ਉਸ ਅਵਸਥਾ 'ਤੇ ਪਹੁੰਚ ਜਾਏ, ਉਹ ਦਿਆਲ ਹੀ ਹੋਣ ਵਾਲਾ ਹੋਏ, ਇੰਨੇ 'ਚ ਮਨੁੱਖ ਪਿੱਛੇ ਆ ਜਾਂਦਾ ਹੈ। ਫਿਰ ਨਾਭੇ ਅਤੇ ਜੀਂਦ ਰਿਆਸਤ ਦੇ ਜਿਹੜੇ ਰਾਜੇ ਹੋਏ ਨੇ ਉਹ ਉਹਨਾਂ ਬੱਚਿਆਂ ਦੀ ਵੰਸ਼ਜ ਹੀ ਨੇ। ਹਿਸਟਰੀ ਇਹ ਕਹਿੰਦੀ ਹੈ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਰ ਦਿੱਤਾ ਸੀ। ਨਾਭਾ ਅਤੇ ਜੀਂਦ ਰਿਆਸਤ, ਉੱਥੋਂ ਦੇ ਜਿਹੜੇ ਰਾਜੇ ਸੀ ਉਹ ਉਹੀ ਬੱਚੇ ਸਨ। ਮਹਾਰਾਜ ਕਹਿੰਦੇ ਨੇ ਜਿਹੜੇ ਬੰਦਗੀ ਵਾਲੇ ਹੁੰਦੇ ਨੇ, ਬੰਦਗੀ ਵਾਲਿਆਂ ਦੇ ਹੱਥਾਂ ਵਿੱਚ ਇੰਨੀ ਬਰਕਤ ਹੁੰਦੀ ਹੈ। ਇਸ ਕਰਕੇ ਸਾਡੇ ਦੇਸ਼ ਵਿੱਚ ਨਾ ਪਹਿਲਾਂ ਕੋਈ ਵੀ ਕਾਰਿਆ ਹੁੰਦਾ ਸੀ ਨਾ ਸ਼ੁਰੂ, ਪਹਿਲਾਂ ਸੰਤਾਂ ਮਹਾਤਮਾ ਤੋਂ ਨੀਂਹ ਪੱਥਰ ਰਖਾਇਆ ਜਾਂਦਾ ਸੀ। ਲੋਕੀ ਮਕਾਨਾਂ ਦਾ ਵੀ ਉਹਨਾਂ ਤੋਂ ਹੀ ਰਖਵਾਉਂਦੇ ਸੀ। ਅੱਜ ਐਸਾ ਨਹੀਂ ਹੁੰਦਾ, ਦੂਜੇ ਹੀ ਲੋਕ ਉਹਨਾਂ ਦੇ ਨੀਂਹ ਪੱਥਰ ਰੱਖ ਜਾਂਦੇ ਨੇ, ਤਾਂ ਹੀ ਪੁਲ ਵੀ ਛੇਤੀ ਟੁੱਟ ਜਾਂਦੇ ਨੇ, ਸੜਕਾਂ ਵੀ ਛੇਤੀ ਟੁੱਟ ਜਾਂਦੀਆਂ ਨੇ, ਕਿਉਂਕਿ ਐਸੇ ਲੋਕ ਉਹਨਾਂ ਦੇ ਨੀਂਹ ਪੱਥਰ ਨਹੀਂ ਰੱਖਦੇ। ਪਹਿਲੇ ਸਮਿਆਂ ਵਿੱਚ ਇਹ ਹੁੰਦਾ ਸੀ, ਸਿਆਣੇ ਲੋਕ ਇਹੀ ਕਰਦੇ ਸੀ ਕਿ ਇਹਨਾਂ ਦੇ ਹੱਥੋਂ ਹੱਥ ਰਖਾਉਂਦੇ ਆ, ਕਿਉਂਕਿ ਇਹਨਾਂ ਦੇ ਹੱਥ ਬਰਕਤਾਂ ਵਾਲੇ ਹੋ ਜਾਂਦੇ ਨੇ। ਕਿਉਂਕਿ ਜਿਹੜੇ ਲੋਕ ਰੋਜ਼ ਗੁਲਾਬ ਵੰਡਦੇ ਹੋਣ ਨਾ, ਉਹਨਾਂ ਦੇ ਹੱਥਾਂ 'ਚੋਂ ਗੁਲਾਬ ਦੀ ਸੁਗੰਧੀ ਹੋਣੀ ਸ਼ੁਰੂ ਹੋ ਜਾਂਦੀ ਹੈ। ਐਸੇ ਹੋ ਜਾਂਦੇ ਜਿਹੜੇ ਲੋਕ ਗੁਲਾਬ ਦੀ ਸੁਗੰਧੀ ਵੰਡਦੇ ਨੇ, ਜਿਹੜੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦੇ ਨੇ, ਪਰਮਾਤਮਾ ਵਰਗੇ ਹੋ ਜਾਂਦੇ ਨੇ। ਇਸ ਕਰਕੇ ਸਾਨੂੰ ਪਰਮਾਤਮਾ ਦਾ ਕਿੱਥੋਂ ਪਤਾ ਲੱਗੇਗਾ? ਸੰਤਾਂ ਤੋਂ ਪਤਾ ਲੱਗਦਾ ਹੈ, ਨਾਮ ਜਪਣ ਵਾਲਿਆਂ ਤੋਂ ਪਤਾ ਲੱਗਦਾ ਹੈ। ਜਿਨ੍ਹਾਂ ਬੰਦਗੀ ਕੀਤੀ ਹੈ ਉਹਨਾਂ ਤੋਂ ਹੀ ਪਤਾ ਲੱਗੇਗਾ ਪਰਮਾਤਮਾ ਦਾ। ਵੈਸੇ ਕਿਵੇਂ ਪਤਾ ਲੱਗੇਗਾ ਪਰਮਾਤਮਾ ਕੌਣ ਹੈ? ਉਹਨਾਂ ਨੇ ਪਰਮਾਤਮਾ ਦਾ ਦੱਸਿਆ ਹੈ, ਕਿਉਂਕਿ ਉਹ ਪਰਮਾਤਮਾ ਦੇ ਪਰਮ ਭਗਤ ਹੁੰਦੇ ਹਨ। ਅਚਲ ਚਲਾਵਹਿ ਚਲਤ ਥਿਰਾਵਹਿ ਬਾਪ ਅਮਿਟ ਹੈ ਪ੍ਰਗਟ ਸੰਸਾਰ। ਕਹਿੰਦੇ ਹਨ ਜਿਹੜੇ ਨਹੀਂ ਚੱਲਦੇ ਉਹ ਚੱਲਣ ਲੱਗ ਪੈਂਦੇ ਨੇ, ਔਰ ਜਿਹੜੇ ਚੱਲ ਰਹੇ ਹੁੰਦੇ ਨੇ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਐਸੇ ਵਕਤ। ਕਿਉਂਕਿ ਮਹਾਰਾਜ ਇਹ ਕਿਹਨਾਂ ਦੀ ਮਹਿਮਾ ਕਹਿ ਰਹੇ ਨੇ? ਸੰਤਾਂ ਦੀ ਮਹਿਮਾ, ਬੰਦਗੀ ਵਾਲਿਆਂ ਦੀ ਮਹਿਮਾ। ਇਸ ਕਰਕੇ ਬੰਦਗੀ ਵਾਲਿਆਂ ਦੀ ਮਹਿਮਾ ਹੀ ਐਸੀ ਹੁੰਦੀ ਹੈ, ਉਹਨਾਂ ਦੇ ਵਾਕ ਅਟੱਲ ਹੁੰਦੇ ਨੇ। ਭਾਵੇਂ ਅੱਜ ਦਾ ਜਿਹੜਾ ਸਮਾਂ ਹੈ ਬੁੱਧੀ ਦੇ ਤਲ 'ਤੇ ਮਨੁੱਖ ਜ਼ਿਆਦਾ ਜਿਉਂਦਾ ਹੈ, ਬੁੱਧੀ ਦੇ ਤਲ 'ਤੇ ਜਿਉਂਦਿਆਂ ਇਹ ਗੱਲਾਂ ਪਕੜ ਵਿੱਚ ਨਹੀਂ ਆਉਂਦੀਆਂ, ਕਿਉਂਕਿ ਹਰੇਕ ਚੀਜ਼ ਨੂੰ ਪਹੁੰਚਾਉਣ ਦੀ ਆਪਣੀ ਸਮਰੱਥਾ ਹੁੰਦੀ ਹੈ। ਜਿਵੇਂ ਇੱਕ ਬੱਚਾ ਹੁੰਦਾ ਹੈ ਨਾ, ਉਹ ਇੱਕ ਹੀ ਰੋਟੀ ਖਾ ਸਕਦਾ ਹੈ, 3 ਰੋਟੀਆਂ ਨਹੀਂ ਉਹ ਖਾ ਪਾਏਗਾ, 4 ਨਹੀਂ। ਹੁਣ 2-3 ਸਾਲ ਦਾ ਬੱਚਾ ਹੈ ਤੇ 1-1.5 ਰੋਟੀ ਖਾ ਲੇਗਾ, 5 ਥੋੜੀ ਨਾ ਖਾ ਲਵੇਗਾ, ਕਿਉਂਕਿ ਉਹਦੇ ਪਹੁੰਚਾਉਣ ਦੀ ਇੱਕ ਸੀਮਾ ਹੈ। ਇਸ ਕਰਕੇ ਹਰੇਕ ਮਨੁੱਖ ਦੇ ਦਿਮਾਗ ਦੀ ਇੱਕ ਸੀਮਾ ਹੈ। ਫਿਰ ਕਈਆਂ ਨੂੰ ਤੇ ਗੱਲਾਂ 'ਤੇ ਵਿਸ਼ਵਾਸ ਆ ਜਾਂਦਾ ਹੈ ਵੀ ਹਾਂ ਮੇਰੀ ਮੱਤ ਥੋੜ੍ਹੀ ਹੈ, ਇਹ ਗੱਲਾਂ ਹੋ ਸਕਦੀਆਂ ਨੇ। ਜਿਸ ਵਿਅਕਤੀ ਨੂੰ ਇਹ ਲੱਗਣ ਲੱਗ ਜਾਏ ਠੀਕ ਹੈ, ਸੁਣਨਾ ਚਾਹੀਦਾ ਹੈ, ਹੋ ਸਕਦਾ ਹੈ, ਬਹੁਤ ਕੁਝ ਹੋ ਸਕਦਾ ਹੈ, ਇਹਦਾ ਮਤਲਬ ਉਹਦਾ ਹਿਰਦਾ ਵਿਸ਼ਾਲ ਹੋ ਗਿਆ। ਜਿਹੜਾ ਵਿਅਕਤੀ ਇਹ ਕਹਿੰਦਾ ਨਹੀਂ ਇਹ ਮੇਰੀ ਸਮਝ ਵਿੱਚ ਨਹੀਂ ਆਇਆ, ਇਹ ਨਹੀਂ ਹੈ, ਇਹਦਾ ਮਤਲਬ ਜੋ ਤੁਹਾਡੀ ਸਮਝ ਵਿੱਚ, ਜੋ ਉਸ ਮਨੁੱਖ ਦੀ ਸਮਝ ਵਿੱਚ ਆਏਗਾ ਦੁਨੀਆ 'ਤੇ ਉਹੀ ਹੋਏਗਾ। ਜੇ ਇੱਕ ਵਿਅਕਤੀ ਦੀ ਸਮਝ ਦੇ ਵਿੱਚ ਪਰਮਾਤਮਾ ਦੀ ਗੱਲ ਨਹੀਂ ਆਈ ਤੇ ਉਹ ਕਹੇ ਪਰਮਾਤਮਾ ਨਹੀਂ ਹੈ, ਕੀ ਪਰਮਾਤਮਾ ਨਹੀਂ ਹੈ? ਹੈ ਸਭ ਕੁਝ ਹੀ ਹੈ। ਗੱਲ ਆਪਣੀ ਸੁਰਤ
ਤੇ ਆਪਣੀ ਸਮਝਦੀ ਹੈ। ਕਿਸੇ ਦੀ ਸਮਝ ਬੜੀ ਵੱਧ ਜਾਂਦੀ ਹੈ, ਕਿਸੇ ਦੀ ਸਮਝ ਬੜੀ ਛੋਟੀ ਚਲੀ ਜਾਂਦੀ ਹੈ। ਇਸ ਕਰਕੇ ਦੋ ਵਿਅਕਤੀ ਦੁਨੀਆ ਵਿੱਚ ਕਦੇ ਨਹੀਂ ਸਮਝੇ ਜਾਂਦੇ, ਦੋ ਅਵਸਥਾਵਾਂ ਵਾਲੇ। ਇੱਕ ਤੇ ਪਾਗਲ ਨੂੰ ਦੁਨੀਆ ਨਹੀਂ ਸਮਝਦੀ, ਇੱਕ ਸੰਤ ਨੂੰ ਦੁਨੀਆ ਨਹੀਂ ਸਮਝਦੀ। ਪਾਗਲ ਨੂੰ ਤੇ ਇਸ ਕਰਕੇ ਨਹੀਂ ਸਮਝਦੀ ਕਿਉਂਕਿ ਪਾਗਲ ਦੀ ਗੱਲ ਇੰਨੀ ਨੀਵੀਂ ਹੁੰਦੀ ਹੈ, ਪੈਰਾਂ ਦੇ ਥੱਲੋਂ ਹੀ ਚਲੀ ਜਾਂਦੀ ਹੈ, ਸਮਝ ਹੀ ਨਹੀਂ ਲੱਗਦੀ। ਸੰਤ ਨੂੰ ਇਸ ਕਰਕੇ ਨਹੀਂ ਸਮਝਦੀ ਕਿਉਂਕਿ ਸੰਤ ਦੀ ਗੱਲ ਇੰਨੀ ਉੱਚੀ ਹੈ, ਸਿਰ ਦੇ ਉੱਤੋਂ ਲੰਘ ਜਾਂਦੀ ਹੈ। ਹੁਣ ਦੋਵੇਂ ਸਮਝ ਨਹੀਂ ਹੋ ਗਏ, ਵਿਚਲੀ ਜੀ ਗੱਲ ਸਮਝ ਆਉਂਦੀ ਹੈ। ਮੈਂ ਤਾਂ ਹੀ ਸ਼ੁਰੂ ਦੇ ਵਿੱਚ ਇਹ ਬੇਨਤੀ ਕੀਤੀ ਸੀ, ਮਨੁੱਖ ਦੀ ਯਾਦ ਦੇ ਵਿੱਚ ਉਹੀ ਚੀਜ਼ ਰਹਿੰਦੀ ਹੈ ਜੋ ਇਹਦੀ ਸਮਝ ਵਿੱਚ ਆਉਂਦੀ ਹੈ, ਜੋ ਇਹਨੂੰ ਸੋਹਣੀ ਲੱਗਦੀ ਹੈ। ਆਪਣੇ ਮਨ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ? ਜਿਹੜੀ ਸਮਝ ਆਏ। ਜੋ ਸਮਝ ਨਹੀਂ ਆਏਗੀ ਉੱਥੇ ਨਿੰਦਰ ਆਵੇਗੀ। ਮੈਨੂੰ ਕਈ ਵਾਰੀ ਯਾਦ ਆਉਂਦਾ ਹੈ, ਕਹਿੰਦੇ ਇੱਕ ਪੰਡਤ ਜੀ ਬੜੇ ਵਿਦਵਾਨ ਸਨ, ਬੜੀ ਸ਼ਾਸਤਰਾਂ ਦੀ ਉਹ ਕਥਾ ਕਰਦੇ ਹੁੰਦੇ ਸਨ। ਉਹਨਾਂ ਦੇ ਘਰ ਦੇ ਵਿੱਚ ਕਹਿੰਦੇ ਕੋਈ ਪ੍ਰਾਹੁਣਾ ਚਲਾ ਗਿਆ ਨਾਲ, ਉਹ ਪ੍ਰਾਹੁਣਾ ਵੀ ਨਾਲ ਸੋ ਗਿਆ ਜਿਹੜਾ ਰਿਸ਼ਤੇਦਾਰ ਆਇਆ ਸੀ। ਥੋੜ੍ਹੀ ਜਿਹੀ ਰਾਤ ਨੂੰ ਉਹਦੀ ਘਰ ਦੀ ਆਈ, ਕਹਿੰਦੀ ਖੜੇ ਹੋਵੋ। ਕੰਨ ਦੇ ਵਿੱਚ ਉਹਨੇ ਕਿਹਾ ਕੀ? ਕਹਿੰਦੇ ਬੱਚਾ ਰੋ ਰਿਹਾ, ਉਹਨੂੰ ਸਵਾ ਦਿਓ। ਕਹਿੰਦੇ ਕਮਾਲ ਹੋ ਗਈ, ਮੈਨੂੰ ਬੱਚੇ ਸਵਾਉਣ ਦਾ ਕੀ ਗਿਆਨ ਹੈ, ਮੈਂ ਕਿਵੇਂ ਸਵਾ ਸਕਦਾ? ਕਹਿੰਦੇ ਕਿਉਂ ਨਹੀਂ ਗਿਆਨ ਹੈ? ਜਦੋਂ ਤੁਸੀਂ ਮੰਦਰ ਵਿੱਚ ਬੈਠ ਕੇ ਹੋਰ ਸਮਾਗਮਾਂ ਵਿੱਚ ਕਥਾ ਕਰਦੇ ਹੋ, ਇੰਨੇ ਲੋਕੀ ਤੇ ਸੁੱਤੇ ਹੀ ਹੁੰਦੇ ਨੇ। ਜਦੋਂ ਉਹ ਸੋ ਜਾਂਦੇ ਨੇ, ਇਹ ਕਿਉਂ ਨਹੀਂ ਸੋ ਜਾਏਗਾ? ਇਸ ਕਰਕੇ ਜਦੋਂ ਧਰਮ ਦੀ ਗੱਲ ਚੱਲਦੀ ਹੈ ਅਕਸਰ ਨਿੰਦਰ ਆਉਂਦੀ ਹੈ। ਕਾਰਨ ਕੀ ਹੈ? ਕਿਉਂਕਿ ਗੱਲ ਉਤਲੀ ਚੱਲ ਪਈ ਹੈ, ਗੱਲ ਨੀਵੀਂ ਚੱਲੇ। ਥੀਏਟਰਾਂ ਵਿੱਚ ਤੁਹਾਨੂੰ ਕੋਈ ਸੁੱਤਾ ਨਹੀਂ ਮਿਲੇਗਾ, ਕਦੇ ਵੇਖ ਲੈਣਾ, ਲਾਈਟ ਮਾਰ ਕੇ ਵੇਖਣਾ, ਅੱਖਾਂ ਡਬਲ ਖੁੱਲੀਆਂ ਹੁੰਦੀਆਂ ਨੇ, ਨਹੀਂ ਸੁੱਤਾ ਹੋਇਆ। ਇਸ ਕਰਕੇ ਜੇ ਸੁੱਤੇ ਹੋਏ ਲੋਕ ਵੇਖਣੇ ਨੇ, ਤੁਹਾਨੂੰ ਮੰਦਰਾਂ ਵਿੱਚ ਮਿਲਣਗੇ, ਮਸੀਤਾਂ ਵਿੱਚ ਮਿਲਣਗੇ, ਗੁਰਦੁਆਰਿਆਂ ਵਿੱਚ ਮਿਲਣਗੇ ਸੁੱਤੇ ਹੋਏ। ਕਾਰਨ ਕੀ ਹੈ? ਇਹਦਾ ਕਾਰਨ ਇੱਕੋ ਹੀ ਹੈ, ਗੱਲ ਉਤਲੀ ਸ਼ੁਰੂ ਹੋ ਗਈ ਹੈ, ਹੁਣ ਸਮਝ ਵਿੱਚ ਨਹੀਂ। ਜੋ ਚੀਜ਼ ਸਮਝ ਵਿੱਚ ਆਏਗੀ, ਇਸ ਮਾਇਆ ਦੀ ਗੱਲ ਚੱਲ ਪਏ ਕਿ ਪੈਸਾ ਵੰਡਿਆ ਜਾਣਾ ਹੈ ਇੰਡੀਆ ਗੌਰਮੈਂਟ ਦੇ ਵੱਲੋਂ, ਪਰ ਮੈਂ ਪਹਿਲਾਂ ਇਹ ਭੂਮਿਕਾ ਬਣਾ ਲਾਂ, ਪੈਸਾ ਵੰਡਿਆ ਜਾਣਾ ਹੈ, ਦੱਸਾਂਗਾ 1 ਘੰਟੇ ਬਾਅਦ ਵੀ ਕਿਵੇਂ ਕਿਵੇਂ ਮਿਲੇਗਾ। 1 ਘੰਟਾ ਬਿਲਕੁਲ ਦਿਮਾਗ ਕਿਤੇ ਨਹੀਂ ਜਾਏਗਾ, ਮਨ ਇੱਥੇ ਖਲੋ ਜਾਏਗਾ। ਮਨ ਨੂੰ ਭੱਜਣ ਨੂੰ, ਕਿਉਂਕਿ ਮਨ ਦੇ ਇੰਟਰਸਟ ਦੀ ਗੱਲ ਹੋਏਗੀ, ਫਿਰ ਭੱਜੇਗਾ ਨਹੀਂ। ਜਦੋਂ ਮਨ ਨੂੰ ਇਵੇਂ ਲੱਗੇਗਾ ਮੇਰੇ ਅਨੁਸਾਰ ਗੱਲ ਨਹੀਂ ਹੋ ਰਹੀ, ਫਿਰ ਇਹ ਭੱਜ ਪੈਂਦਾ ਹੈ। ਇਸ ਕਰਕੇ ਕਹਿੰਦੇ ਹਨ ਮਹਾਰਾਜ ਸੰਤਾਂ ਦੀ ਮਹਿਮਾ ਬਿਆਨ ਕਰਦੇ ਹਨ, ਕਹਿੰਦੇ ਉਹਨਾਂ ਦੀ ਮਹਿਮਾ ਹੀ ਐਸੀ ਹੈ। ਕੀ ਮਹਿਮਾ ਹੈ? ਜਿਵੇਂ ਉਹ ਬੰਦਗੀ ਕਰਦੇ ਹਨ, ਉਹਨਾਂ ਦੇ ਬਚਨਾਂ ਵਿੱਚ ਸੱਤਿਆ ਹੁੰਦੀ ਹੈ, ਉਹ ਕੁਝ ਵੀ ਕਰਨ ਦੇ ਯੋਗ ਹੁੰਦੇ ਹਨ। ਅੰਤ ਸੰਤ ਕੋ ਕੋਏ ਨਾ ਪਾਵੈ, ਸੁਰ ਨਰ ਅਸੁਰ ਜਾਤ ਸਭ ਹਾਰ। ਕਹਿੰਦੇ ਕੋਈ ਵੀ ਸੰਤ ਦਾ ਅੰਤ ਨਹੀਂ ਪਾ ਸਕਦਾ। ਸੰਤ ਦੀ ਮਹਿਮਾ ਬੜੀ, ਬਾਣੀ ਕਹਿੰਦੀ ਸੰਤ ਕੀ ਮਹਿਮਾ ਵੇਦ ਨਾ ਜਾਣੈ, ਜਾਂ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਉਹਨਾਂ ਦੀ ਮਹਿਮਾ ਬੜੀ ਅਪਰੰਪਾਰ ਹੁੰਦੀ ਹੈ, ਤੇ ਉਹਨਾਂ ਦੀ ਜਿਹੜੀ ਮਹਿਮਾ ਹੈ ਉਹ ਕਥਨ ਦੇ ਵਿੱਚ ਨਹੀਂ ਆਉਂਦੀ ਹੈ। ਸੰਤ ਹੁਕਮ ਕੇ ਫੇਰ ਨ ਸਕਹਿ, ਸਗਰੇ ਸਾਦਰ ਲੈ ਸਿਰ ਧਾਰ। ਇਸ ਕਰਕੇ ਸੰਤ ਦੇ ਹੁਕਮ ਨੂੰ ਕੋਈ ਨਹੀਂ ਫੇਰ ਸਕਦਾ, ਸਾਰੇ ਉਹਦੇ ਹੁਕਮ ਨੂੰ ਅਦਬ ਨਾਲ ਮੰਨਦੇ ਹਨ। ਇਸ ਕਰਕੇ ਸਾਧ-ਸੰਗਤ ਇੱਕ ਹੋਰ ਵੀ ਮੈਂ ਗੱਲ ਕਹਾਂ, ਜਿਹੜਾ ਸੰਤ ਹੁੰਦਾ ਹੈ, ਜਿਹੜਾ ਸੱਚ ਨਾਲ ਜੁੜ ਗਿਆ, ਤੇ ਸੱਚ ਕਿਸੇ ਇੱਕ ਦਾ ਨਹੀਂ ਹੁੰਦਾ। ਇਸ ਕਰਕੇ ਸੰਤ ਨਾ ਹਿੰਦੂ ਹੁੰਦਾ ਹੈ, ਨਾ ਮੁਸਲਮਾਨ ਹੁੰਦਾ ਹੈ, ਨਾ ਈਸਾਈ ਹੁੰਦਾ ਹੈ, ਸੰਤ ਸੰਤ ਹੀ ਹੁੰਦਾ ਹੈ। ਸੰਤ ਦੇ ਨਾਲ ਜਾਤਾਂ ਨਹੀਂ ਜੁੜੀਆਂ ਹੁੰਦੀਆਂ। ਜਿਸ ਦੇ ਨਾਲ ਜਾਤ ਜੁੜੀ ਹੈ, ਕਿਉਂਕਿ ਸੰਤ ਨਾ ਕਿਸੇ ਦੇਸ਼ ਦਾ ਹੁੰਦਾ ਹੈ, ਨਾ ਕਿਸੇ ਜਾਤ ਦਾ ਹੁੰਦਾ ਹੈ, ਨਾ ਕਿਸੇ ਵਰਣ ਦਾ ਹੁੰਦਾ ਹੈ, ਕਿਉਂਕਿ ਸੱਚ ਕਿਸੇ ਇੱਕ ਦਾ ਨਹੀਂ ਹੈ। ਜੋ ਕਿਸੇ ਇੱਕ ਦਾ ਹੈ ਉਹ ਸੱਚ ਹੀ ਨਹੀਂ ਹੈ, ਇਹ ਗੱਲ ਯਾਦ ਰੱਖਣਾ। ਜੋ ਸੱਚ ਹੈ ਉਹ ਕਿਸੇ ਇੱਕ ਦਾ ਨਹੀਂ ਹੈ। ਕਦੇ ਸੂਰਜ ਦੇ ਨਾਲ ਕਿਸੇ ਨੇ ਜੋੜਿਆ ਇਹ ਸੂਰਜ ਇੰਡੀਆ ਦਾ ਹੈ, ਕਿਸੇ ਨੇ ਕਿਹਾ ਸੂਰਜ ਇੰਡੀਆ ਦਾ, ਸੂਰਜ ਅਮਰੀਕਾ ਦਾ ਨਹੀਂ, ਸੂਰਜ ਸਾਰਿਆਂ ਦਾ ਹੈ। ਇਸ ਕਰਕੇ ਸੂਰਜ ਨੇ ਵੀ ਕਦੀ ਨਹੀਂ ਵੇਖਿਆ
ਇੰਡੀਆ ਨੂੰ ਪ੍ਰਕਾਸ਼ ਜ਼ਿਆਦਾ ਦੇਣਾ ਹੈ ਤੇ ਅਮਰੀਕਾ ਨੂੰ ਜ਼ਿਆਦਾ ਦੇਣਾ, ਉਹਨੇ ਨਹੀਂ ਵੇਖਿਆ। ਇਸ ਕਰਕੇ ਸੰਤ ਬਣਦਾ ਹੀ ਉਹ ਹੈ ਜਿਹਦੇ ਅੰਦਰ ਸਮਭਾਵਨਾ ਹੁੰਦੀ ਹੈ। ਜਿਹਦੇ ਅੰਦਰ ਸਮਦ੍ਰਿਸ਼ਟੀ ਨਹੀਂ, ਉਹ ਸੰਤ ਹੀ ਨਹੀਂ ਹੈ। ਜਿਹੜਾ ਇੱਕ ਜਾਤ ਬਾਰੇ ਸੋਚਦਾ ਹੈ, ਇੱਕ ਵਰਣ ਬਾਰੇ ਸੋਚਦਾ ਹੈ, ਇੱਕ ਦੇਸ਼ ਬਾਰੇ ਸੋਚਦਾ ਹੈ, ਇਹਦਾ ਮਤਲਬ ਦੂਜੇ ਦੇਸ਼ ਵਾਲੇ ਦੁਸ਼ਮਣ ਨੇ। ਇਹ ਵੰਡੀਆਂ ਜਿਹੜੀਆਂ ਰਾਜਨੀਤਿਕ ਪਾਉਂਦੇ ਨੇ, ਨਹੀਂ ਆਮ ਕਰਕੇ ਇੱਥੇ ਵੀ ਉਹੀ ਲੋਕ ਵਸਦੇ ਨੇ, ਪਾਕਿਸਤਾਨ ਵਿੱਚ ਵੀ ਉਹੀ ਵਸਦੇ ਨੇ ਮਨੁੱਖੀ ਨੇ। ਬਾਣੀ ਕਹਿੰਦੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਦੋਂ ਉਪਜ ਇੱਕ ਪਰਮਾਤਮਾ ਤੋਂ ਹੋਈ ਹੈ, ਜਿੰਨੇ ਅਸੀਂ ਬੈਠੇ ਹਾਂ ਸਾਰਿਆਂ ਦੀ ਉਪਜ ਇੱਕ ਪਰਮਾਤਮਾ ਤੋਂ ਹੋਈ ਹੈ, ਇੱਕ ਓਂਕਾਰ ਤੋਂ ਹੋਈ ਹੈ। ਫਿਰ ਸਾਡਾ ਸਾਰਿਆਂ ਦਾ ਮਾਤਾ ਪਿਤਾ ਇੱਕ ਹੀ ਹੈ, ਵੱਖ ਵੱਖ ਨਹੀਂ ਹਨ, ਇੱਕੋ ਹੀ ਹੈ। ਇਹਨੂੰ ਬਾਣੀ ਕਹਿੰਦੀ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ। ਇਸ ਕਰਕੇ ਜਿਹੜਾ ਸੰਤ ਹੁੰਦਾ ਹੈ ਉਹ ਕਿਸੇ ਇੱਕ ਦਾ ਨਹੀਂ ਹੁੰਦਾ। ਜੋ ਕਿਸੇ ਇੱਕ ਦਾ ਹੈ ਉਹ ਸੰਤ ਹੀ ਨਹੀਂ ਹੈ, ਕਿਉਂਕਿ ਸੱਚ ਜਿਹੜਾ ਹੈ ਉਹ ਕਿਸੇ ਇੱਕ ਦਾ ਨਹੀਂ। ਇਸ ਕਰਕੇ ਜਿਹੜੇ ਸੰਤ ਹੁੰਦੇ ਨੇ ਉਹ ਇੰਨੀ ਅਵਸਥਾ 'ਤੇ ਪਹੁੰਚ ਜਾਂਦੇ ਨੇ, ਉਹਨਾਂ ਦੀ ਗੱਲ ਨੂੰ ਜਿੰਨੇ ਦੇਵੀ ਦੇਵਤੇ ਨੇ ਕੋਈ ਵੀ ਗੱਲ ਨੂੰ ਨਹੀਂ ਮੋੜ ਸਕਦਾ। ਜੇ ਹੁਣ ਬੈਠੇ ਹੀ ਕਹਿ ਦੇਣਗੇ ਬਾਰਿਸ਼ ਪੈਣੀ ਚਾਹੀਦੀ ਹੈ, ਉਹਨਾਂ ਦੇ ਵਾਕ ਅਟਲ ਨੇ, ਬਾਰਿਸ਼ਾਂ ਪੈ ਜਾਂਦੀਆਂ, ਉਹਨਾਂ ਦੇ ਵਾਕ ਅਟਲ ਨੇ। ਉਹ ਵੱਖਰੀ ਗੱਲ ਹੈ, ਉਹਨਾਂ ਦੇ ਮੁਖ ਦੇ ਵਿੱਚੋਂ ਉਹਨਾਂ ਦੀ ਮੌਜ ਹੈ, ਬਚਨ ਆਪਣੀ ਮਰਜ਼ੀ ਨਾਲ ਹੀ ਕਰਦੇ ਹਨ। ਬੂਟਾ ਸਾਹਿਬ ਤਪ ਕੀ ਮੂਰਤ, ਆਤਮ ਗਿਆਨੀ ਗੁਣ ਗਨਸਾਰ। ਮਹਾਰਾਜ ਕਹਿੰਦੇ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਹਨ ਉਹ ਬੜੇ ਤਪੀ ਹਨ ਤੇ ਗੁਣਾਂ ਦੀ ਖਾਣ ਹਨ। ਇਤਿਆ ਦੇਖ ਗੁਣ ਬ੍ਰਿੰਦ ਕੇ ਬਰਨੇ, ਸ੍ਰੀ ਮੁਖ ਆਪ। ਐਵੇਂ ਕਹਿ ਕੇ ਗੁਰੂ ਅਰਜਨ ਸਾਹਿਬ ਜੀ ਨੇ ਕਿੰਨੇ ਹੀ ਗੁਣ ਸੰਤਾਂ ਦੇ ਉਚਾਰਨ ਕੀਤੇ ਨੇ, ਬ੍ਰਹਮ ਗਿਆਨੀਆਂ ਦੇ ਉਚਾਰਨ ਕੀਤੇ ਨੇ। ਇਸ ਕਰਕੇ ਸਾਧ ਸੰਗਤ ਜਿਹੜੇ ਸੱਚ ਨਾਲ ਜੁੜ ਜਾਂਦੇ ਨੇ, ਜੇ 20 ਵਿਅਕਤੀ ਸੱਚ ਨਾਲ ਜੁੜੇ ਨੇ ਨਾ, ਉਹਨਾਂ ਨੂੰ ਇੱਕ ਕਮਰੇ ਵਿੱਚ ਬਿਠਾ ਦਿਓ, ਕੋਈ ਆਵਾਜ਼ ਨਹੀਂ ਆਏਗੀ। ਜੋ 20 ਵਿਅਕਤੀ ਨੇ ਇੱਕ ਸੱਚ ਤੇ ਪਹੁੰਚੇ ਹੋਏ ਨੇ, ਉਹਨਾਂ ਨੂੰ ਬੋਲਣ ਦੀ ਲੋੜ ਹੀ ਨਹੀਂ। 20 ਵਿਅਕਤੀ ਦੂਜੇ ਬਿਠਾ ਦਿਓ ਕਮਰੇ ਦੇ ਵਿੱਚ, ਭਾਂਤ ਭਾਂਤ ਦੀਆਂ ਆਵਾਜ਼ਾਂ ਆਉਣਗੀਆਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 15 ਭਗਤ ਨੇ। ਕੋਈ ਜਾਤ, ਕੋਈ ਕਿਸੇ ਨੂੰ ਜੇ ਦੁਨਿਆਵੀ ਤੌਰ 'ਤੇ ਵੇਖੀਏ, ਕੋਈ ਬ੍ਰਾਹਮਣ ਹੈ, ਕੋਈ ਮੁਸਲਿਮ ਹੈ, ਕੋਈ ਦੁਨਿਆਵੀ ਤੌਰ 'ਤੇ, ਪਰ ਗੁਰੂ ਸਾਹਿਬ ਨੇ ਜਾਤ ਨਹੀਂ ਵੇਖੀ, ਸੱਚ ਵੇਖਿਆ। ਔਰ ਸੱਚ ਕਿਸੇ ਇੱਕ ਦਾ ਨਹੀਂ ਹੁੰਦਾ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਧੰਤਾ ਦੇ ਯੋਗ ਨੇ, ਜਿਨ੍ਹਾਂ ਨੇ 15 ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਨਹੀਂ ਵੇਖਿਆ ਇਹ ਜਾਤ ਕਿਹੜੀ ਦੇ ਨੇ। ਔਰ ਕਮਾਲ ਦੀ ਗੱਲ ਹੈ, ਜਦੋਂ 15 ਦੀ ਬਾਣੀ ਪੜ੍ਹਦੇ ਹਾਂ, 15 ਦੇ ਸੁਰ ਇੱਕੋ ਹੀ ਨੇ। 6 ਗੁਰੂ ਸਾਹਿਬਾਨ ਨੇ, ਇੱਕੋ ਹੀ ਸੁਰ ਨੇ। 11 ਭੱਟ ਨੇ, ਇੱਕੋ ਹੀ ਗੱਲ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਇਹ ਨਹੀਂ, ਭਾਵੇਂ ਬਾਣੀ ਤੇ 35 ਸ਼ਖਸੀਅਤ ਆਉਂਦੀ ਹੈ, 36 ਦੀ ਹੈ, ਪਰ ਯਾਦ ਰੱਖਣਾ ਆਵਾਜ਼ ਇੱਕੋ ਹੀ ਹੈ। ਆਵਾਜ਼ ਕੀ? ਇੱਕ ਪਰਮਾਤਮਾ, ਬਸ ਇੱਕ ਨੂੰ ਯਾਦ ਕਰੋ। ਇਹ ਆਵਾਜ਼ ਨਹੀਂ ਆ ਰਹੀ ਤੂੰ ਫਲਾਣੇ ਨੂੰ ਯਾਦ ਕਰ, ਤੂੰ ਫਲਾਣੇ ਨਹੀਂ, ਇੱਕੋ ਹੀ ਆਵਾਜ਼ ਦਿੰਦੇ ਨੇ। ਇਸ ਕਰਕੇ ਜਿਹੜੇ ਸੱਚ ਤੇ ਮਾਰਗ ਦੇ ਤੁਰਨ ਵਾਲੇ ਹੁੰਦੇ ਨੇ, ਸਾਡੇ ਸਮਾਜ ਦੇ ਵਿੱਚ ਇੱਕ ਗੱਲ ਪ੍ਰਚਲਿਤ ਹੈ, 100 ਸਿਆਣੇ ਇੱਕ ਮੱਤ। ਜੇ 100 ਸਿਆਣੇ ਹੋਣਗੇ ਨਾ, ਉਹਨਾਂ ਨੂੰ ਅਲੱਗ-ਅਲੱਗ ਵੀ ਬਹਾ ਕੇ ਪੁੱਛੋਗੇ, ਉਹਨਾਂ ਦੀ ਮੱਤ ਇੱਕ ਹੋਏਗੀ। 100 ਇਆਣੇ ਹੋਣਗੇ, ਮੱਤਾਂ ਅਲੱਗੋ-ਅਲੱਗ ਹੋਣਗੀਆਂ। ਇਸ ਕਰਕੇ ਸਿਆਣੇ ਨੂੰ ਭਾਵੇਂ ਇੱਕ ਨੂੰ ਲੈ ਆਓ, ਭਾਵੇਂ ਹਜ਼ਾਰਾਂ ਨੂੰ ਲੈ ਆਓ, ਉਹਨਾਂ ਨੇ ਗੱਲ ਇੱਕੋ ਹੀ ਕਰਨੀ ਹੈ। ਜੇ ਸੇਵੇ ਬਾਚਤ ਹੋਏ ਪ੍ਰਾਪਤ, ਦੁੱਖ ਦਰਿਦਰ ਕੇ ਦੁੰਤ ਗਿਰਦਾਰ। ਇਸ ਕਰਕੇ ਜਿਹੜੇ ਵੀ ਵਿਅਕਤੀ ਪਰਮਾਤਮਾ ਦੀ ਪੂਜਾ ਕਰਦੇ ਹਨ, ਪਰਮਾਤਮਾ ਦੇ ਭਗਤਾਂ ਦਾ ਆਦਰ ਅਤੇ ਸਤਿਕਾਰ ਕਰਦੇ ਹਨ, ਕਹਿੰਦੇ ਉਹਨਾਂ ਦੇ ਦੁੱਖ ਅਤੇ ਦਰਿਦਰ ਦੂਰ ਹੋ ਜਾਂਦੇ ਹਨ। ਸੁਣ ਗੰਗਾ ਬੰਦਨ ਕਰੀ, ਧੰਨ ਸਿੱਖ ਨਿਸਪਾਪ। ਮਾਤਾ ਗੰਗਾ ਜੀ ਨੇ ਜਦੋਂ ਇਹ ਸਾਰੀ ਗੱਲ ਨੂੰ ਸੁਣਿਆ ਹੈ, ਉਹਨਾਂ ਨੇ ਬੰਦਨਾ ਕੀਤੀ।
ਕਹਿੰਦੇ ਧੰਨ ਹਨ ਐਸੇ ਸਿੱਖ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਾਪ ਹੀ ਨਹੀਂ ਹੈ, ਨਿਸ਼ਪਾਪ ਨੇ, ਉਹਨਾਂ ਦੇ ਅੰਦਰ ਕਿਸੇ ਪ੍ਰਤੀ ਕੋਈ ਮੈਲ ਨਹੀਂ, ਸਾਰਿਆਂ ਦੇ ਲਈ ਸਮਦ੍ਰਿਸ਼ਟੀ, ਸਾਰਿਆਂ ਦੇ ਲਈ ਪਿਆਰ। ਐਸੇ ਹੀ ਵਿਅਕਤੀ ਨਿਸ਼ਪਾਪ ਹੋ ਸਕਦੇ ਹਨ। ਜਨਮ ਦਰਿਤੀ ਘਰ ਵਿਖੇ ਕਲਪ ਤਰੁ ਜਿਮ ਪਾਏ। ਕਹਿੰਦੇ ਹਨ ਜਿਵੇਂ ਕੋਈ ਵਿਅਕਤੀ ਕੰਗਾਲ ਹੋਏ ਨਾ, ਔਰ ਕੰਗਾਲ ਵਿਅਕਤੀ ਨੂੰ ਆਪਣੇ ਘਰ ਦੇ ਵਿੱਚ ਕਲਪ ਵ੍ਰਿਕਸ਼ ਦੀ ਪ੍ਰਾਪਤੀ ਹੋ ਜਾਵੇ। ਤਿਮ ਪ੍ਰਸੰਨ ਗੰਗਾ ਭਈ ਚਿੰਤਾ ਸਕਲ ਮਿਟਾਏ। ਇਵੇਂ ਹੀ ਜਿਹੜੇ ਮਾਤਾ ਗੰਗਾ ਜੀ ਨੇ ਉਹ ਬੜੇ ਪ੍ਰਸੰਨ ਹੋਏ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ, ਗੁਰੂ ਅਰਜਨ ਸਾਹਿਬ ਜੀ ਨੇ ਵੀ ਦੱਸਿਆ ਵੀ ਜੋ ਉਹਨਾਂ ਨੇ ਵਚਨ ਕਰ ਦਿੱਤਾ ਹੈ ਉਹ ਵਚਨ ਹੁਣ ਅਟਲ ਹੀ ਰਹਿਣ ਵਾਲਾ ਹੈ। ਪਤ ਕੋ ਆਸਨ ਅਚਾਏ ਪਰਮ ਪ੍ਰੇਮ ਬੈਠੀ ਨਿਕਟ। ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਭੋਜਨ ਛਕਾਇਆ ਤੇ ਆਪ ਨਿਕਟ ਬੈਠ ਗਏ ਹਨ। ਕੁਲ ਆਪਨ ਮੁਖ ਪਾਏ ਚਿਤ ਚਿੰਤਾ ਕਾਟੀ ਵਿਕਟ। ਫਿਰ ਉਹਨਾਂ ਨੇ ਆਪ ਵੀ ਭੋਜਨ ਛਕਿਆ ਅਤੇ ਸਾਰੀ ਚਿੰਤਾ ਨੂੰ ਦੂਰ ਕਰ ਲਿਆ ਹੈ। ਨਿਸਮਹਿ ਆਨੰਦ ਮਾਨ ਸੁਪਤ ਜਥਾ ਸੁਖ ਹੋਇ ਰਹੇ। ਕਹਿੰਦੇ ਰਾਤ ਨੂੰ ਆਨੰਦ ਮਾਣ ਕੇ ਸੁਖੀ ਹੋ ਕੇ ਸੁੱਤੇ ਰਹੇ ਹਨ। ਤਿਨ ਪਦ ਬੰਧਨ ਠਾਨ ਕਵ ਸੰਤੋਖ ਸਿੰਘ ਗੁਣ ਕਹੇ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਮੈਂ ਉਹਨਾਂ ਦੇ ਚਰਨਾਂ ਤੇ ਕਮਲਾਂ ਵਿੱਚ ਬੰਦਨਾ ਕਰਦਾ ਹਾਂ। ਮਾਤਾ ਗੰਗਾ ਜੀ, ਗੁਰੂ ਅਰਜਨ ਸਾਹਿਬ ਜੀ ਅਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਉਹ ਸਦਾ ਹੀ ਸਤਿਕਾਰਯੋਗ ਨੇ। ਬਾਣੀ ਕਹਿੰਦੀ ਹੈ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ। ਕਿਉਂਕਿ ਨਾਮ ਜਪਣਾ ਇੱਕ ਮਿਹਨਤ ਹੈ, ਇੱਕ ਮਸ਼ੱਕਤ ਹੈ। ਕਦੇ ਵੀ ਬੰਦਗੀ ਕਰਨ ਬੈਠੀਏ 10 ਮਿੰਟ ਬੈਠੀਦਾ ਨਾਲ ਹੀ ਨੀਂਦਰ ਆ ਜਾਂਦੀ ਹੈ। 15 ਮਿੰਟ ਬੈਠਦਾ ਮਨੁੱਖ ਅੱਖਾਂ ਬੰਦ ਕਰਕੇ ਨਾਲ ਹੀ ਡਿੱਗ ਜਾਂਦਾ ਹੈ। ਫਿਰ ਘੰਟੇ ਬਾਅਦ ਜਾਗਦਾ, ਮੈਂ ਕਿੱਥੇ ਚਲਾ ਗਿਆ ਸੀ। ਮਨੁੱਖ ਨੂੰ ਨਾਲੋਂ ਨਾਲ ਹੀ ਨੀਂਦਰ ਆਉਂਦੀ ਹੈ। 20 ਮਿੰਟ ਬੰਦਗੀ ਤੇ ਬੈਠੇਗਾ, ਨਹੀਂ ਜਪਿਆ ਜਾਂਦਾ ਨਾਮ। ਇਸ ਕਰਕੇ ਬੰਦਗੀ ਕਰਨੀ ਵੀ ਇੱਕ ਮਸ਼ੱਕਤ ਹੈ। ਬੰਦਗੀ ਵੀ ਹਰੇਕ ਵਿਅਕਤੀ ਨਹੀਂ ਕਰ ਸਕਦਾ। ਜਿਵੇਂ ਮੈਨੂੰ ਭਗਤ ਜੀ ਦੀ ਗੱਲ ਯਾਦ ਆਉਂਦੀ ਹੈ, ਕਹਿੰਦੇ ਇੱਕ ਵਾਰੀ 3 ਕਾਮੇ ਸਨ, ਦਿਹਾੜੀ ਤੇ ਜਾਂਦੇ ਸਨ। ਭਗਤ ਜੀ ਕਹਿਣ ਲੱਗੇ ਕਿੱਥੇ ਚੱਲੇ ਹੋ? ਕਹਿੰਦੇ ਦਿਹਾੜੀ ਕਰਨ ਚੱਲੇ ਆ। ਕਹਿੰਦੇ ਅੱਜ ਮੀਂਹ ਪਿਆ, ਲੱਗਦਾ ਦਿਹਾੜੀ ਤੇ ਕਿਤੇ ਮਿਲਣੀ ਨਹੀਂ। ਕਹਿੰਦੇ ਦਿਹਾੜੀ ਤੇ ਮੈਂ ਤੁਹਾਨੂੰ ਦੇ ਦੇਵਾਂਗਾ, ਕੰਮ ਤੁਸੀਂ ਕਰਨਾ। ਕਹਿੰਦੇ ਕੰਮ ਕੀ? ਇੱਥੇ ਬੈਠ ਕੇ ਨਾਮ ਜਪਣਾ। ਕਹਿੰਦੇ ਇਹ ਤੇ ਸੌਖਾ ਹੈ। ਕਹਿੰਦੇ ਦਿਹਾੜੀ ਵੀ ਡਬਲ ਹੈ ਤੇ ਰੋਟੀ ਵੀ ਮਿਲੇਗੀ। ਠੀਕ ਹੈ, ਮਾਲਾ ਫੜਾ ਦਿੱਤੀ, ਬਹਿ ਗਏ ਸਾਰੇ। ਹੁਣ ਜਿਹਦਾ ਮਨ ਟਿਕਿਆ ਹੋਇਆ ਨਹੀਂ ਉਹ ਤੇ ਛਾਲਾ ਮਾਰਦਾ, ਮਨ ਭੱਜਦਾ, ਭੱਜ ਬਾਹਰ ਨੂੰ। ਕਦੇ ਸੰਗਤ ਵਿੱਚ ਬੈਠ ਜਾਈਏ ਮਨ ਕਾਹਲਾ ਪੈ ਜਾਂਦਾ ਹੈ, ਬੰਦਗੀ ਕਰੀਏ ਮਨ ਕਾਹਲਾ ਪੈਂਦਾ ਹੈ, ਕਿਉਂਕਿ ਮਨ ਦਾ ਸੁਭਾਅ ਹੈ ਭੱਜਣਾ। ਤੇ ਜਿਹੜੀ ਚੀਜ਼ ਭੱਜ ਰਹੀ ਹੋਏ ਨਾ, ਜਦੋਂ ਉਹਨੂੰ ਪਕੜਨ ਦੀ ਕੋਸ਼ਿਸ਼ ਕਰੋਗੇ ਤੇ ਡਿੱਗ ਵੀ ਜਾਏਗੀ, ਫਿਰ ਉੱਠ ਕੇ ਭੱਜਦੀ ਹੈ। ਇਸ ਕਰਕੇ ਉਹ ਕਹਿੰਦੇ ਨੇ ਦਿਹਾੜੀ ਡਬਲ ਮਿਲੇਗੀ। ਹੁਣ ਉਹ ਬੈਠੇ ਤੇ 2 ਘੰਟੇ ਬਾਅਦ ਕਹਿੰਦੇ ਪਕੜੋ ਜੀ ਆਪਣੀਆਂ ਮਾਲਾਂ, ਸਾਡੇ ਤੋਂ ਇਹ ਕੰਮ ਨਹੀਂ ਹੁੰਦਾ, ਇੱਥੇ ਦਿਹਾੜੀ ਹੀ ਕਰ ਸਕਦੇ, ਨਾਮ ਸਾਡੇ ਤੋਂ ਨਹੀਂ ਜਪਿਆ। ਇਹ ਕੰਮ ਬੜਾ ਔਖਾ ਹੈ, ਮਸ਼ੱਕਤ ਹੈ। ਆਪਣੇ ਮਨ ਨੂੰ ਮਾਰਨਾ, ਮਨ ਨੂੰ ਇੱਕ ਸਾਈਡ 'ਚੋਂ ਮਾਰ ਕੇ ਸੁਰਤ ਨੂੰ ਪਰਮਾਤਮਾ ਦੁਨੀਆ ਤੋਂ ਉੱਚਾ ਚੁੱਕ ਲੈਣਾ। ਐਸੇ ਝੰਡੇ ਦੁਨੀਆ ਤੇ ਕੋਈ ਕੋਈ ਗੱਡ ਕੇ ਜਾਂਦਾ ਹੈ। ਵੈਸੇ ਬੁੱਲੇ ਸ਼ਾਹ ਕਹਿੰਦੇ ਨੇ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਸਿਆਣੇ ਕਹਿੰਦੇ ਨੇ ਇੱਧਰੋਂ ਪੁੱਟਣਾ ਕਿਹੜਾ ਸੌਖਾ ਹੀ ਹੈ, ਸਾਰਾ ਜ਼ੋਰ ਤੇ ਇੱਧਰੋਂ ਪੁੱਟਣ ਤੇ ਹੀ ਲੱਗਦਾ ਹੈ, ਉੱਧਰ ਲਾਉਣਾ ਤੇ ਆਪਣੇ ਆਪ ਹੀ ਲੱਗ ਜਾਂਦਾ ਹੈ। ਪੁੱਟਣਾ ਹੀ ਬੜਾ ਔਖਾ ਹੈ। ਮਨ ਨੂੰ ਇਹਨਾਂ ਦੁਨੀਆ ਦੇ ਰਸਾਂ ਵਿੱਚੋਂ ਕੱਢਣਾ। ਮੈਂ ਤੇ ਇਹ ਕਹਿੰਦਾ ਰਸਾਂ ਵਿੱਚੋਂ ਕੱਢਣਾ ਨਹੀਂ, ਰਸਾਂ ਨੂੰ ਮੰਨਣ ਦਾ ਢੰਗ ਸਮਝ ਲੈਣਾ। ਬਾਣੀ ਇਹ ਨਹੀਂ ਕਹਿੰਦੀ ਵੀ ਰਸ ਛੱਡ ਦੇਣੇ ਨੇ। ਫਿਰ ਰੱਬ ਨੇ ਬਣਾਏ ਕਾਹਤੋਂ ਨੇ? ਫਿਰ ਤੇ ਅਸੀਂ ਪਤਾ ਕੀ ਕਹਿ ਰਹੇ ਹਾਂ ਵੀ ਸਾਨੂੰ ਇਹ ਚੰਗਾ ਨਹੀਂ ਲੱਗ ਰਿਹਾ। ਮਤਲਬ ਕਿਸੇ ਦੇ ਘਰ ਜਾਏ ਤੇ ਉਹਨੇ 3 ਸਬਜ਼ੀਆਂ ਬਣਾਈਆਂ ਹੋਣ ਤੇ ਅਸੀਂ ਥਾਲੀ ਚੁੱਕ ਕੇ ਪਰਾਂ ਮਾਰੀਏ, ਲੈ ਜਾ ਇੱਥੋਂ, ਅਸੀਂ ਨਹੀਂ ਖਾਣਾ। ਕਿੱਡਾ ਅਪਮਾਨ ਹੈ। ਪਰਮਾਤਮਾ ਨੇ ਦਾਲ ਸਬਜ਼ੀਆਂ ਬਣਾਈਆਂ ਨੇ, ਦੁੱਧ ਬਣਾਇਆ ਸੀ, ਕਹੀਏ ਅਸੀਂ ਨਹੀਂ ਖਾਣੀ, ਕਿਉਂ? ਅਸੀਂ ਤੇ ਬੰਦਗੀ ਕਰਨੀ ਹੈ। ਕਿ ਇਹਨੂੰ ਖਾਏਗਾ, ਇਹ ਵੀ ਤੇ ਬੰਦਗੀ ਹੈ, ਇਹ ਤੇ ਨਿਰਾਦਰੀ ਹੈ ਪਰਮਾਤਮਾ ਦੀ ਜੇ ਤੂੰ ਉਹਨੂੰ ਖਾ ਨਹੀਂ ਰਿਹਾ। ਖਾਣਾ ਤੇ ਹੈ, ਖਾਣਾ ਸੰਜਮ ਨਾਲ ਹੈ, ਬਸ ਗੱਲ ਇੰਨੀ ਹੈ। ਸੰਜਮ ਸਿੱਖਣਾ ਹੈ। ਸੰਜਮ ਕਿਵੇਂ ਆਏ?
ਹਰੇਕ ਚੀਜ਼ ਵਿੱਚ ਸੰਜਮ, ਵੇਖਣ ਵਿੱਚ ਸੰਜਮ, ਸੁਣਨ ਵਿੱਚ ਸੰਜਮ, ਬੋਲਣ ਵਿੱਚ ਸੰਜਮ, ਕੰਮ ਕਾਰਜ ਵਿੱਚ ਸੰਜਮ, ਹਰੇਕ ਚੀਜ਼ ਵਿੱਚ ਸੰਜਮ ਚਾਹੀਦਾ ਹੈ। ਤੇ ਉਹ ਜਿਹੜਾ ਸੰਜਮ ਗਿਆਨ ਦੇ ਨਾਲ ਹੀ ਆਉਂਦਾ ਹੈ, ਸਤ ਸੰਗਤ ਦੇ ਨਾਲ ਆਉਂਦਾ ਹੈ, ਵੈਸੇ ਉਹ ਸੰਜਮ ਨਹੀਂ ਆਉਂਦਾ। ਇਸ ਕਰਕੇ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਉਹਨਾਂ ਨੇ ਆਪਣੇ ਆਪ ਦਾ ਤੇ ਭਲਾ ਕੀਤਾ ਹੀ, ਪਤਾ ਨਹੀਂ ਕਿੰਨੇ ਹੋਰ ਲੋਕਾਂ ਨੂੰ ਗਿਆਨ ਦੇ ਕੇ ਉਹਨਾਂ ਦਾ ਭਲਾ ਕੀਤਾ। ਉਹਨਾਂ ਦਾ ਆਇਆ ਹੋਇਆ ਸਫ਼ਰ, ਉਹਨਾਂ ਦੀ ਇਹ ਦੁਨੀਆ ਦੀ ਯਾਤਰਾ, ਇਹਨੂੰ ਉਹਨਾਂ ਨੇ ਸਫਲ ਬਣਾ ਦਿੱਤਾ। ਇੰਨੀਆਂ ਬੇਨਤੀਆਂ ਪ੍ਰਵਾਨ।